रिकॉर्डिंग स्टार्ट कर रही है। ओके, ऑर्गेनाइज जो मैं पीडीएफ सेंड ਕੀਤੀ ਹੈ ਨਾ, ਇਹਦੇ ਵਿੱਚ ਜੋ ਆਰਗੇਨਾਈਜੇਸ਼ਨ ਦੇ ਡੈਫੀਨੇਸ਼ਨਸ ਨੇ, ਤੁਸੀਂ ਕੋਈ ਮਰਜ਼ੀ ਡੈਫੀਨੇਸ਼ਨ ਪੜ੍ਹ ਲਿਓ। ਸਭ ਤੋਂ ਬੜੀ ਚੀਜ਼ ਇਹ ਹੁੰਦੀ ਹੈ, ਟੀਚਰਸ ਕਲਾਸ ਦੇ ਵਿੱਚ ਕਾਂ ਆਉਂਦੇ ਨੇ ਕਿ ਰਾਈਟਰ ਦਾ ਨੇਮ ਸਹੀ ਰੱਖੋ, ਪਰ ਟੀਚਰ ਨੂੰ ਖੁਦ ਐਜ਼ ਅ ਟੀਚਰ ਅਗਰ ਮੈਂ ਟੀਚ ਕਰ ਰਹੀ ਹਾਂ ਨਾ ਮੈਨੇਜਮੈਂਟ, ਮੈਨੂੰ ਖੁਦ ਕਿਸੇ ਰਾਈਟਰ ਦਾ ਕੋਈ ਨੇਮ ਨਹੀਂ ਜਾਣਦਾ। 99.99% ਟੀਚਰਸ ਨੂੰ ਰਾਈਟਰਸ ਦੇ ਨੇਮ ਨਹੀਂ ਜਾਣਦੇ। ਤਾਂ ਸਿੰਪਲੀ ਕੀ ਕਰੋ, पूरी मैनेजमेंट ਦੇ ਵਿੱਚੋਂ 3-4 ਕਾਮਨ ਜੇ ਰਾਈਟਰਸ ਦੇ ਨੇਮ ਲਰਨ ਕਰ ਲਓ। ਕੋਈ ਮਰਜ਼ੀ ਡੈਫੀਨੇਸ਼ਨ ਲਿਖ ਕੇ ਆਪਣੀ ਮਰਜ਼ੀ ਦੀ ਕੋਈ ਮਰਜ਼ੀ ਨਾਮ ਚੱਕੇ ਦਿਓ, ਕੋਈ ਚੱਕਰ ਹੀ ਨਹੀਂ ਹੈ। ਤੁਹਾਡਾ ਸਾਰਾ ਕੁਝ ਵੈਲਿਡ ਬਣਨੇ ਰਹੇਗਾ। ਕਿਸੇ ਕੋਲ ਉੱਥੇ ਫਾਈਨਲ ਕੀ ਈਵਨ ਐਮਐਸਟੀ ਦੇ ਵਿੱਚ ਵੀ ਕਿਸੇ ਕੋਲ ਟਾਈਮ ਨਹੀਂ ਹੁੰਦਾ ਕਿ ਤੁਹਾਡੀ ਡੈਫੀਨੇਸ਼ਨ ਉਹ ਬੁੱਕ ਚੱਕ ਕੇ ਚੈੱਕ ਕਰਨਗੇ ਵੀ ਤੁਸੀਂ ਸਹੀ ਰਾਈਟਰ ਦੀ ਸਹੀ ਡੈਫੀਨੇਸ਼ਨ ਲਿਖੀ ਹੈ ਕਿ ਨਹੀਂ। ਇਹ ਟ੍ਰਿਕ ਹੁੰਦੀ ਹੈ। ਮਤਲਬ ਐਜ਼ ਅ ਟੀਚਰ, ਚਲੋ ਮੈਂ ਤੁਹਾਨੂੰ ਐਜ਼ ਅ ਕਲਾਸਮੇਟ ਦੱਸ ਰਹੀ ਹਾਂ, ਪਰ ਐਜ਼ ਅ ਟੀਚਰ ਅਸੀਂ ਬੱਚਿਆਂ ਨੂੰ ਨਹੀਂ ਬੋਲਦੇ ਕਿ ਸਾਨੂੰ ਨਹੀਂ ਡੈਫੀਨੇਸ਼ਨਸ ਆਉਂਦੀਆਂ ਵੀ ਤੁਸੀਂ ਆਪਣੀ ਮਰਜ਼ੀ ਨਾ ਕਰੋ, ਕੋਈ ਮਰਜ਼ੀ ਕਰੀ। ਅੱਗੇ ਆਰਗੇਨਾਈਜੇਸ਼ਨ ਦਾ ਮੀਨਿੰਗ ਕੀ ਹੁੰਦਾ ਹੈ? ਵੈਸੇ ਸਾਨੂੰ ਕੀ ਲੱਗਦਾ ਹੈ ਨਾ, ਜਦੋਂ ਅਸੀਂ ਆਰਗੇਨਾਈਜੇਸ਼ਨ ਦੀ ਗੱਲ ਕਰਦੇ ਹਾਂ ਸਾਨੂੰ ਕੀ ਲੱਗਦਾ ਇੱਕ ਫਰਮ ਜਾਂ ਬਿਜ਼ਨਸ ਹੈ ਜਿਹਨੂੰ ਅਸੀਂ ਆਰਗੇਨਾਈਜੇਸ਼ਨ ਕਹਿ ਰਹੇ ਹਾਂ। ਪਰ ਜਦੋਂ ਅਸੀਂ ਮੈਨੇਜਮੈਂਟ ਦੇ ਵਿੱਚ ਪ੍ਰੋਸੈਸ ਦੀ ਗੱਲ ਕਰਦੇ ਹਾਂ, ਆਰਗੇਨਾਈਜ਼ਿੰਗ ਜਾਂ ਆਰਗੇਨਾਈਜੇਸ਼ਨ, ਉਹਦੇ ਵਿੱਚ ਕੀ ਹੈ? ਆਰਗੇਨਾਈਜ਼ਿੰਗ ਦਾ ਮੀਨਿੰਗ, ਸਿੰਪਲ ਮੀਨਿੰਗ ਪਤਾ ਕੀ ਹੁੰਦਾ? ਜੋ ਅਸੀਂ ਜਿੰਨਾ ਅੱਗੇ ਚੈਪਟਰ ਪੜਾਂਗੇ ਨਾ, ਕਿਉਂਕਿ ਬੱਚੇ ਇੱਥੇ ਕੰਫਿਊਜ਼ ਹੁੰਦੇ ਨੇ ਕਿ ਆਰਗੇਨਾਈਜੇਸ਼ਨ ਦਾ ਅਸੀਂ ਮੀਨਿੰਗ ਕੁਝ ਪੜਦੇ ਆ ਪਰ ਪੂਰਾ ਚੈप्टर फोकस कासे और चीज से करता है। पूरा चैप्टर किस चीज से फोकस करेगा? रिलेशनशिप पे, रिलेशनशिप बिटवीन सुपीरियर एंड सबऑर्डिनेट। मीन्स क्या है? सुपीरियर कौन होंगे ने? जो टॉप पर्सनस ने, जो हेड है, जो ऑर्गेनाइजेशन दा टॉप है, वो की होएगा? सुपीरियर होएगा। तो सबऑर्डिनेट कौन होएगा? जो पर्सन की है लोअर है, चाहे मिडिल कह लो लोअर कह लो, हर डिपेंड करता है। जबकि जो वर्कर क्लास पर्सन हो उसे कहने सबऑर्डिनेट। मीन्स देखो, अगर असं स्टूडेंट है, साडे लिए साडे टीचर की होएगा? सुपीरियर होएगा। टीचर लिए एचओडी, टीचर ते एचओडी दे रिलेशनशिप दे विच देखो टीचर की हो जाएगा सबऑर्डिनेट, एचओडी की हो जाएगा सुपीरियर। अगर एचओडी दे प्रिंसिपल की गल करिए, प्रिंसिपल की बन जाएगा सुपीरियर ते एचओडी की बन जाएगा सबऑर्डिनेट। तो सिर्फ ते सिर्फ एक ऑर्गेनाइजेशन दे विच रिलेशनशिप डिफाइन करने कौन किस दा काम करेगा। मींस कौन हेड होएगा ते कौन ਉਹਦੇ ਅੰਡਰ ਕੰਮ ਕਰ ਰਿਹਾ ਹੈ। ਮਤਲਬ ਜਿਹੜਾ ਉਹਦਾ ਕੀ ਹੈਗਾ सबऑर्डिनेट पर्सन है, ਉਹੀ ਅਸੀਂ ਕੀ ਕਹਿੰਦੇ ਆਰਗੇਨਾਈਜੇਸ਼ਨ। मीनिंग ਦੇ ਵਿੱਚ ਅਸੀਂ ਚਾਹੇ ਕੁਝ ਵੀ ਲਿਖ ਰਹੇ ਹਾਂ ਪਰ ਪੂਰਾ ਚੈਪਟਰ ਸਿਰਫ ਇਸੇ ਕਨਸੈਪਟ ਤੇ ਬੇਸ ਹੈ ਵੀ ਕੌਣ ਹੈਡ ਹੈ ਤੇ ਕੌਣ ਕੀ ਹੈ ਉਹਦੇ ਲੋਅਰ ਹੈ, ਇਸ ਕਰਕੇ। ਅਗੇ ਹੁਣ ਇਹਦੇ ਵਿੱਚ ਇੱਕ ਮੇਨ ਚੀਜ਼ ਦੱਸ ਰਹੇ ਚੈਪਟਰ ਟੌਪਿਕ ਕਰਵਾਉਣ ਤੋਂ ਪਹਿਲਾਂ, ਜੋ ਹੈਡ ਹੁੰਦਾ ਹੈ ਨਾ ਉਹਨੂੰ ਅਸੀਂ ਕੀ ਕਹਿੰਦੇ ਆ ਵੀ ਉਹ ਕੌਣ ਹੈ? ਅਥਾਰਟੀ ਹੈ। ਜਿਵੇਂ ਤੁਸੀਂ ਨਾਰਮਲੀ ਕਾਲਜ ਵਿੱਚ ਸੁਣਿਆ ਹੋਵੇਗਾ ਵੀ ਹਾਇਰ ਅਥਾਰਟੀ ਇਹ ਚੀਜ਼ ਅਲਾਉ ਕਰ ਰਹੀ ਹੈ ਨਹੀਂ ਕਰ ਰਹੀ। ਤਾਂ ਅਥਾਰਟੀ ਮਤਲਬ ਕੀ ਹੁੰਦਾ? ਜਿਸ ਕੋਲ ਕੀ ਹੁਣ ਪਾਵਰਸ ਹੋਣ। पावर्स है जो सबऑर्डिनेट पर्सन है। ਹੁਣ देखो हायर पर्सन ਕੋਲ डिपेंड करता है जो ਉਹਦੇ ਅੰਡਰ ਕੰਮ ਕਰ ਰਿਹਾ ਉਹਨੇ ਉਸਨੂੰ ਕੋਈ ਪਾਵਰ डिवाइड करने के नहीं, मतलब डिस्ट्रीब्यूट करने के नहीं करने। सिंपल चीज क्या? हेड ऑर्डर देगा, किनू देगा? सबऑर्डिनेट ਨੂੰ ऑर्डर्स देगा। तो जो ऑर्डर्स आ रहे ने ਤਾਂ ਕੀ ਬੰਦਾ जो अंडर काम कर रहा है ना, जो ਸਾਡਾ सबऑर्डिनेट है ਉਹਦੀ ਕੀ ਬਣ ਜਾਂਦੀ? ਰਿਸਪੌਂਸਿबिलिटी। ਰਿਸਪੌਂਸਿबिलिटी ਕੀ ਬਣਦੀ ਹੈ? ਕੰਮ ਨੂੰ ਪਰਫਾਰਮ ਕਰਨ ਦੀ। ਹੁਣ ਮੰਨ ਕੇ ਚਲੋ ਪ੍ਰਿੰਸੀਪਲ ਮੈਮ ਨੇ ਐਚਓਡੀ ਮੈਮ ਨੂੰ ਆਰਡਰ ਦੇਤੇ ਕਿ ਤੁਸੀਂ ਕੀ ਹੈ ਸਟੂਡੈਂਟਸ ਦੇ ਕੁਝ ਵੀ ਲਾਈਕ एग्जाम्स चेक करो या एग्जाम्स कंडक्ट करवाओ। ਤਾਂ ਕੀ ਹੈ ਐਚਓਡੀ ਕੋ ਪ੍ਰਿੰਸੀਪਲ ਮੈਮ ਕੋਲ ਕਿਸੇ ਅਥਾਰਟੀ ਸੀ, ਪਾਵਰ ਸੀ, ਜੋ ਉਹਨਾਂ ਨੇ ਰਿਸਪੌਂਸਿਬਿਲਿਟੀ ਦਿੱਤੀ। ਕਿਹਨੂੰ ਰਿਸਪੌਂਸਿਬਿਲਿਟੀ ਦਿੱਤੀ? ਐਚਓਡੀ ਨੂੰ। ਪਰ ਰਿਸਪੌਂਸਿਬਿਲਿਟੀ ਦੇ ਨਾਲ ਨਾਲ ਨਾ ਉਹ ਕੀ ਕਰ ਸਕਦੇ? ਆਪਣੀਆਂ ਕੁਝ ਪਾਵਰਸ ਕੇ ਡੈਲੀਗੇਟ, ਇੱਥੇ ਟ੍ਰਾਂਸਫਰ ਵਰਡ ਨੂੰ ਮੈਨੇਜਮੈਂਟ ਦੇ ਵਿੱਚ ਅਸੀਂ ਯੂਜ਼ ਕਰਦੇ ਹਾਂ ਡੈਲੀਗੇਸ਼ਨ। ਡੈਲੀਗੇਟ ਕਰ ਦਿੰਦੇ ਨੇ ਆਪਣੀਆਂ ਪਾਵਰਸ ਕਿਹਨੂੰ? ਆਪਣੇ ਸਬऑर्डिनेट ਨੂੰ। ਕਿ ਜੇ ਮੈਂ ਤੁਹਾਨੂੰ ਕੰਮ ਦੇ ਰਹੀ ਹਾਂ, ਮੈਂ ਤੁਹਾਨੂੰ ਕਹਿ ਰਹੀ ਹਾਂ ਕਿ ਤੁਸੀਂ ਐਮਐਸਟੀ ਕੰਡਕਟ ਕਰਵਾਓ, ਤੁਸੀਂ ਐਮਐਸਟੀਜ਼ ਲਓ ਕਲਾਸਿਸ ਦੇ, ਮੈਂ ਨਾਲ ਨਾਲ ਤੁਹਾਨੂੰ ਪਾਵਰ ਦਿੰਨੀ ਹੈ ਕਿ ਤੁਸੀਂ ਇਹ ਪਾਵਰਸ ਨੂੰ ਕੀ ਹੈਗੇ ਯੂਜ਼ ਕਰ ਸਕਦੇ ਹੋ। ਲਾਈਕ ਪਾਵਰ ਕੀ ਹੋ ਸਕਦੀ ਹੈ? ਅਗਰ ਬੱਚੇ ਨਹੀਂ ਆ ਰਹੇ ਤਾਂ ਤੁਸੀਂ ਫਾਈਨ ਲੈ ਸਕਦੇ ਹੋਗੇ। ਅਗਰ ਟੀਚਰਸ ਦੇ ਵਿੱਚ ਪੇਪਰ ਦੇ ਵਿੱਚ ਕੁਝ ਕਰੈਕਸ਼ਨ ਮਤਲਬ ਗਲਤ ਪਾਏ ਹੋਏ ਨੇ ਤਾਂ ਤੁਸੀਂ ਟੀਚਰਸ ਤੋਂ ਫਾਈਨ ਲੈ ਸਕਦੇ ਹੋ। ਟਾਈਮਿੰਗ ਤੁਸੀਂ ਡਿਸਾਈਡ ਕਰ ਸਕਦੇ ਹੋ, 10 ਤੋਂ 12 ਪੇਪਰ ਹੋਣਗੇ। ਜੋ प्रिंसिपल मैम ने मतलब जो हेड ने जा जो अथॉरिटेटिव ने जा सुपीरियर, कोई भी वर्ड यूज कर सकते हो। हेड अथॉरिटेटिव सुपीरियर्स कहते पावर अपने डेलीगेट कर देंगे ने किस नूं? साडे सबऑर्डिनेट्स नूं जा साडे की है लोअर लेवल वर्कर्स। तो पूरे ऑर्गेनाइजेशन का मीनिंग ही सिर्फ यही बनता है और कुछ नहीं बनता।
ਹੁਣ ਇੱਥੇ ਦੇਖੋ ਜੋ PDF ਹੈ ਮੈਂ ਅੱਜ ਹੀ ਮਤਲਬ ਕਾਪੀ ਪੇਸਟ ਕੀਤਾ ਆਨਲਾਈਨ, ਸਿਰਫ ਇਹਨਾਂ ਨੇ ਇਹ ਚੀਜ਼ ਕਿਹਾ, ਕਹਿੰਦੇ ਜਿਹੜੀ ਇੱਕ ਆਰਗੇਨਾਈਜੇਸ਼ਨ ਹੈ ਇੱਕ ਪਰਸਨ ਸਿੰਗਲ ਕੰਮ ਨਹੀਂ ਕਰ ਸਕਦਾ, ਆਰਗੇਨਾਈਜੇਸ਼ਨ ਦੇ ਵਿੱਚ ਸਾਨੂੰ ਮਲਟੀ ਪਰਸਨਸ ਦੀ ਕੀ ਲੋੜ ਪੈਂਦੀ ਹੈ, ਮਲਟੀ ਵਰਕਰਸ ਹੁੰਦੇ ਚਾਹੇ ਪਰਸਨਸ ਹੁੰਦੇ ਨੇ, ਅਗਰ ਪਰਸਨਸ ਹੁੰਦੇ ਨੇ ਸਾਨੂੰ ਉਹਨਾਂ ਦੇ ਵਿੱਚ ਕੀ ਡਿਸਾਈਡ ਕਰਨਾ ਪਏਗਾ, ਉਹਨਾਂ ਦਾ ਰਿਲੇਸ਼ਨ ਮਤਲਬ ਕੌਣ ਹੈਡ ਹੈ ਕੌਣ ਸੁਪੀਰੀਅਰ ਹੈ। ਅਗਰ ਕੰਮ ਦੇਤਾ ਸਪੋਜ਼ ਕਿਸੇ ਟੀਚਰ ਨੂੰ ਕਹਿਤਾ, ਜੇ ਕਹਿੰਦੇ ਟੀਚਰ ਨੂੰ ਇਹ ਨਾ ਪਤਾ ਹੋਏਗਾ ਕਿ ਮੈਂ ਕਿਸ ਨੂੰ ਆਪਣੀ ਰਿਪੋਰਟ ਦੇਣੀ ਹੈ, ਕਿਸੇ ਟੀਚਰ ਨੂੰ ਏਦਾਂ ਹੀ ਕੋਈ ਆਏ ਕੋਈ ਆਂਟੀ ਆਈ ਨੇ ਜਾਂ ਕੁਝ ਵੀ ਜੋ ਵਰਕਰਸ ਹੁੰਦੇ ਨੇ ਉਹ ਆਏ ਨੇ, ਉਹਨਾਂ ਨੇ ਕੀ ਕਿਹਾ ਕਲਾਸ ਦੀ ਅਟੈਂਡੈਂਸ ਲੈ ਕੇ ਨਾ ਸਬਮਿਟ ਕਰ ਦੋ। ਸਬਮਿਟ ਕਿਹਨੂੰ ਕਰਨੀ ਹੈ ਅਗਰ ਪਤਾ ਹੀ ਨਹੀਂ ਹੋਵੇਗਾ ਕਿ ਆਰਗੇਨਾਈਜੇਸ਼ਨ ਇੱਕ ਪ੍ਰੋਪਰ ਰਨ ਕਰ ਸਕਦੀ ਹੈ। ਦੇਖੋ ਆਰਗੇਨਾਈਜੇਸ਼ਨ ਫਿਰ ਤੋਂ ਬੋਲ ਰਹੀ ਹਾਂ ਦੋ ਤਰ੍ਹਾਂ ਨਾਲ ਯੂਜ਼ ਹੋ ਸਕਦੇ ਆ, ਇੱਕ ਤਾਂ ਅਸੀਂ ਕਿਸੇ ਪਲੇਸ ਨੂੰ ਕਹਿ ਸਕਦੇ ਹਾਂ ਜਿਵੇਂ ਦੇਖੋ ਐਜੂਕੇਸ਼ਨਲ ਆਰਗੇਨਾਈਜੇਸ਼ਨਸ ਉਵੇਂ ਆਰਗੇਨਾਈਜੇਸ਼ਨ, ਦੂਜਾ ਜੋ ਪੂਰੇ ਚੈਪਟਰ ਚ ਲੱਗਾ ਅਸੀਂ ਕਿਹੜਾ ਆਰਗੇਨਾਈਜੇਸ਼ਨ ਪੜ੍ਹਨੀ ਹੈ ਰਿਲੇਸ਼ਨਸ਼ਿਪ। ਹੁਣ ਮੈਂ ਕੀ ਕਹਿ ਰਹੀ ਹਾਂ ਕਿ ਬਿਨਾ ਆਰਗੇਨਾਈਜ਼ਿੰਗ ਤੋਂ ਆਰਗੇਨਾਈਜੇਸ਼ਨ ਰਨ ਨਹੀਂ ਕਰ ਸਕਦੀ, ਤਾਂ ਮੈਂ ਕੀ ਕਹਿ ਰਹੀ ਹੋਈ ਕਿ ਜਿਹੜਾ ਸਕੂਲ ਕਾਲਜ ਹੈ ਬਿਜ਼ਨਸ ਫਰਮਸ ਨੇ ਗਿਆ ਉਹ ਬਿਨਾ ਰਿਲੇਸ਼ਨਸ਼ਿਪ ਤੋਂ ਬਿਨਾ ਆਰਗੇਨਾਈਜ਼ਿੰਗ ਤੋਂ ਕੰਮ ਨਹੀਂ ਕਰ ਸਕਦੀਆਂ। ਤੇ ਇਹਦੇ ਵਿੱਚ ਦੇਖੋ ਕੋਈ ਡੈਫੀਨੇਸ਼ਨ ਮੈਂ ਰੀਡ ਕਰ ਦਿੰਦੀ ਹਾਂ ਸਿੰਪਲੀ। ਪਹਿਲੀ ਡੈਫੀਨੇਸ਼ਨ ਦੇ ਵਿੱਚ ਕੀ ਹੈ ਕਹਿੰਦੇ ਦੇਖੋ ਆਰਗੇਨਾਈਜੇਸ਼ਨ ਇਜ਼ ਡਿਫਾਈਨ ਦਾ form of human association for attaining common objective। ਕਹਿੰਦੇ ਕਿ ਅਸੀਂ ਕੀ ਹੈ ਜਿਹੜੀ ਹਿਊਮਨਸ ਨੇ ਉਹਨਾਂ ਨੂੰ ਕਿ ਅਸੀਂ ਮੇਡ ਕਰ ਰਹੇ ਇੱਕ ਫਾਰਮ ਦੇ ਵਿੱਚ ਪ੍ਰੋਵਾਈਡ ਕਰ ਰਹੇ ਹਾਂ, ਮਤਲਬ ਕਿ ਲੋਅਰ ਤੇ ਟੌਪ, ਵੀ ਕੌਣ ਟੌਪ ਤੇ ਕੌਣ ਲੋਅਰ ਹੈ, ਕੌਣ ਹੈਡ ਹੈ ਕੌਣ ਸਬੋਰਡੀਨੇਟ ਹੈ ਸੁਪੀਰੀਅਰ ਹੈ, ਜੋ ਅਸੀਂ ਕਾਦੇ ਵਾਸਤੇ ਕਰਦੇ ਹਾਂ ਕਾਮਨ ਆਬਜੈਕਟਿਵਸ ਨੂੰ ਅਟੇਨ ਕਰਨ ਲਈ ਫੁਲਫਿਲ ਕਰਨ ਲਈ। ਮੈਂ ਪਹਿਲਾਂ ਹੀ ਕਿਹਾ ਸੀ ਕਿ ਪੂਰੀ ਮੈਨੇਜਮੈਂਟ ਸਾਡੀ ਇੱਕੋ ਚੀਜ਼ ਤੇ ਫੋਕਸ ਕਰਦੀ ਕਾਸ ਤੇ ਕਾਮਨ ਆਬਜੈਕਟਸ ਤੇ। ਨੈਕਸਟ ਕੀ ਕਹਿ ਰਹੇ ਨੇ ਕਹਿੰਦੇ ਆਰਗੇਨਾਈਜੇਸ਼ਨ ਡਿਫਾਈਨ ਐਜ਼ ਅ ਸੋਸ਼ਲ ਯੂਨਿਟ ਜਿੱਥੇ ਮਲਟੀ ਪਰਸਨ ਹੁੰਦੇ which is deliberately constructed and reconstructed to seek specific goals। ਹੁਣ ਦੇਖੋ ਕੰਸਟਰਕਟਡ ਜਾਂ ਰੀਕਨਸਟਰਕਸ਼ਨ ਦਾ ਮਤਲਬ ਹੁੰਦਾ ਕਿਸੇ ਨੂੰ ਹਾਇਰ ਕਰ ਲੈਣਾ, ਕਿਸੇ ਨੂੰ ਚੇਂਜ ਕਰ ਦੇਣਾ, ਕਦੇ ਕਿਸੇ ਨੂੰ ਹੈਡ ਬਣਾ ਦੇਣਾ, ਕਦੇ ਕਿਸੇ ਨੂੰ ਪ੍ਰਮੋਸ਼ਨ ਕਰਦੇ ਨੇ, ਡਿਵੋਸ਼ਨ ਕਰਦੇ ਨੇ, ਚੇਂਜ ਕਰਦੇ ਨੇ ਡਿਊਟੀਜ਼। ਇਹਨਾਂ ਨੂੰ ਅਸੀਂ ਸਿੰਪਲੀ ਇਹਨਾਂ ਚੀਜ਼ਾਂ ਨੂੰ ਕੀ ਕਹਿੰਦੇ ਕੰਸਟਰਕਟ ਤੇ ਰੀਕਨਸਟਰਕਟ ਕਰਨਾ, ਕਿਸ ਲਈ ਅਸੀਂ ਆਪਣੇ ਆਬਜੈਕਟਿਵਸ ਨੂੰ ਫੁਲਫਿਲ ਕਰ ਸਕੇ। ਨੈਕਸਟ ਇਹਨਾਂ ਨੇ ਜਿਵੇਂ ਡੈਫੀਨੇਸ਼ਨ ਕੀ ਕਹਿੰਦੇ ਦੇਖੋ 3 ਕਰੈਕਟਰਸ ਹੁੰਦੇ ਨੇ ਆਰਗੇਨਾਈਜੇਸ਼ਨ ਦੇ। ਡਿਵੀਜ਼ਨ ਆਫ ਲੇਬਰ ਮਤਲਬ ਕਿ ਜੋ ਅਸੀਂ ਕੰਮ ਕਰ ਰਹੇ ਹਾਂ, ਡਿਵੀਜ਼ਨ ਆਫ ਵਰਕ ਜੋ ਕੰਮ ਹੈ ਕੰਮ ਨੂੰ ਡਿਵਾਈਡ ਕਰਨਾ। ਕਹਿੰਦੇ ਪ੍ਰੈਜ਼ੈਂਸ ਆਫ ਵਨ ਔਰ ਮੋਰ ਪਾਵਰ ਸੈਂਟਰਸ, ਕਹਿੰਦੇ ਅਸੀਂ ਦੇਖਣਾ ਕਿਹੜੇ ਪਰਸਨ ਕੋਲ ਕੀ ਪਾਵਰਸ ਨੇ, ਤੇ ਕਹਿੰਦੇ ਅਸੀਂ ਕੀ ਕਰਨਾ ਸਬਸਟੀਟਿਊਸ਼ਨ ਆਫ ਦਾ ਪਰਸੋਨਲ ਦਾ ਵਰਡ ਔਰ ਮੈਨੇਜਮੈਂਟ ਜਾਂ ਕਮਰਸ ਦੇ ਵਿੱਚ ਮੈਨ ਵਾਸਤੇ ਹੀ ਅਸੀਂ ਯੂਜ਼ ਕਰਦੇ ਪਰਸੋਨਲ। ਜੋ ਸਾਡੇ ਕੋਲ ਲੇਬਰ ਹੈ ਪਰਸਨਸ ਨੇ ਜਿੰਨੇ ਵੀ ਉਹਨਾਂ ਲਈ ਅਸੀਂ ਕੀ ਯੂਜ਼ ਕਰਦੇ ਪਰਸੋਨਲ। ਤਾਂ ਕਹਿੰਦੇ ਕਿ ਜਿਹੜਾ ਸਾਡੇ ਕੋਲ ਸਬਸਟੀਟਿਊਟ ਹੈ ਵੀ ਅਸੀਂ ਦੇਖਣਾ ਵੀ ਅਗਰ ਇਹ ਪਰਸਨ ਨਹੀਂ ਤਾਂ ਕੋਈ ਹੋਰ ਪਰਸਨ ਕੰਮ ਕਰ ਸਕਦਾ, ਅਗਰ ਇਹ ਪਰਸੋਨਲ ਨਹੀਂ ਕੰਮ ਕਰ ਸਕਦੇ ਤਾਂ ਅਸੀਂ ਕੀ ਹੈ ਕੋਈ ਮਸ਼ੀਨਸ ਯੂਜ਼ ਕਰ ਸਕਦੇ ਹਾਂ। ਡੈਫੀਨੇਸ਼ਨਸ ਅੱਗੇ ਵੀ ਕਾਫੀ ਨੇ, ਕੋਈ ਮਰਜ਼ੀ ਡੈਫੀਨੇਸ਼ਨਸ ਪੜ੍ਹ ਲਿਓ। ਡੈਫੀਨੇਸ਼ਨਸ ਤੋਂ ਬਾਅਦ ਮੈਂ ਵੈਸੇ ਕਾਪੀ ਪੇਸਟ ਕਰਕੇ ਸੀ ਫੀਚਰਸ। ਪਹਿਲਾ ਫੀਚਰ ਕੀ ਹੈ ਕਹਿੰਦੇ ਕੰਪੋਜੀਸ਼ਨ ਆਫ ਦਾ ਇੰਟਰਰਿਲੇਟਡ ਇੰਡੀਵਿਜੂਅਲਸ। ਕਹਿੰਦੇ ਦੇਖੋ ਸਾਡੇ ਕੀ ਕੰਪੋਜੀਸ਼ਨ ਕਾਦੀ ਹੁੰਦੀ ਹੈ, ਅਸੀਂ ਇਹ ਦੇਖਦੇ ਵੀ ਜਿਹੜੇ ਇੰਪਲੋਈਜ਼ ਨੇ ਇੰਡੀਵਿਜੂਅਲਸ ਨੇ, ਇੰਡੀਵਿਜੂਅਲ ਮਤਲਬ ਸਿੰਗਲ ਪਰਸਨ, ਉਹ ਆਪਸ ਦੇ ਵਿੱਚ ਕਿਵੇਂ ਇੱਕ ਦੂਜੇ ਨਾਲ ਇੰਟਰਰਿਲੇਟ ਕਰ ਰਿਹਾ ਹੈਗਾ, ਉਹਨਾਂ ਦੇ ਵਿੱਚ ਰਿਲੇਸ਼ਨਸ ਕੀ ਨੇਗੇ, ਮਤਲਬ ਕੀ ਹੈ ਕੌਣ ਹੈਡ ਹੈ ਮਤਲਬ ਹਾਇਰ ਹੈ ਤੇ ਕੌਣ ਕੀ ਲੋਅਰ ਹੈ, ਜੈਸੇ ਕਹਿੰਦੇ ਕੌਣ ਸੁਪੀਰੀਅਰ ਹੈ ਕੌਣ ਸਬੋਰਡੀਨੇਟ ਹੈ। ਕਹਿੰਦੇ ਹਰ ਆਰਗੇਨਾਈਜੇਸ਼ਨ ਦੇ ਵਿੱਚ ਨਾ ਸਾਨੂੰ ਡਿਟਰਮਾਈਨ ਕਰਨਾ ਹੀ ਫਾਈਂਡ ਆਊਟ ਕਰਨਾ ਹੀ ਪਏਗਾ ਵੀ ਇੰਡੀਵਿਜੂਅਲ ਦੇ ਇੱਕ ਇੰਡੀਵਿਜੂਅਲ ਮਤਲਬ ਸਿੰਗਲ ਪਰਸਨ ਦੇ ਉੱਪਰ ਜੇ ਅਗਰ ਪਰਸਨ ਕੋਈ ਇੱਥੇ ਹੈ ਇਹਦੇ ਉੱਪਰ ਕੌਣ ਹੈ ਤੇ ਇਹਦੇ ਨੀਚੇ ਕੌਣ ਕੰਮ ਕਰੇਗਾ, ਮਤਲਬ ਇਹ ਕਿਸ ਤੋਂ ਡਾਇਰੈਕਸ਼ਨਸ ਲਏਗਾ ਤੇ ਕਿਸ ਨੂੰ ਆਰਡਰਸ ਕੀ ਹੈ ਪ੍ਰੋਵਾਈਡ ਕਰੇਗਾ। ਉਹੀ ਸਿਰਫ ਅਸੀਂ ਕਹਿੰਦੇ ਇੰਟਰਰਿਲੇਟ ਇੰਡੀਵਿਜੂਅਲਸ ਕਿ ਹਰ ਪਰਸਨ ਹਰ ਇੰਡੀਵਿਜੂਅਲ ਇੱਕ ਦੂਜੇ ਨਾਲ ਇੰਟਰਰਿਲੇਟ ਕਿੱਦਾਂ ਕਰ ਰਿਹਾ। ਨੈਕਸਟ ਕੀ ਹੈ ਕਹਿੰਦੇ ਡੈਲੀਬਰੇਟ ਐਂਡ ਕੌਨਸ਼ੀਅਸ ਕ੍ਰੀਏਸ਼ਨ ਐਂਡ ਰੀਕ੍ਰੀਏਸ਼ਨ। ਉਹੀ ਹੈ ਕਹਿੰਦੇ ਜੋ ਡੈਲੀਬਰੇਟ ਹੁੰਦਾ ਮਤਲਬ ਮਰਜ਼ੀ ਨਾਲ ਅਸੀਂ ਆਪਣੀ ਇੱਛਾ ਮੁਤਾਬਿਕ ਕਿਸੇ ਪਰਸਨ ਨੂੰ ਅਸੀਂ ਕ੍ਰੀਏਟ ਕਰ ਰਹੇ ਹਾਂ ਤੇ ਰੀਕ੍ਰੀਏਟ ਕਰ ਰਹੇ ਹਾਂ। ਮੀਨਸ ਦੇਖੋ ਰੀਕ੍ਰੀਏਟ ਕਿਵੇਂ ਕ੍ਰੀਏਸ਼ਨ ਹੁੰਦੇ ਕਿਸੇ ਨੂੰ ਅਸੀਂ ਜੁਆਇਨਿੰਗ ਕਰਾ ਲਈ ਕੰਟਰੈਕਟ ਕੀਤਾ ਸੀ ਉਹਨੂੰ ਕਿਹਾ ਵੀ ਤੂੰ 6 ਮੰਥਸ ਜਾਂ 1 ਈਅਰ ਤੋਂ ਸਾਡੇ ਨਾਲ ਕੰਮ ਕਰਨਾ, ਉਸ ਤੋਂ ਰੀਕ੍ਰੀਏਸ਼ਨ ਕਿਵੇਂ ਕਰਦੇ ਦੇਖੋ ਪ੍ਰਮੋਸ਼ਨ ਕਰ ਸਕਦੇ, ਡਿਮੋਸ਼ਨ ਕਰ ਸਕਦੇ, ਅਸੀਂ ਟ੍ਰਾਂਸਫਰ ਕਰ ਸਕਦਾ ਵਿਦਿਨ ਆਰਗੇਨਾਈਜੇਸ਼ਨ। ਮੈਂ ਇਹਦਾ ਪਰਚੇਜ਼ ਡਿਪਾਰਟਮੈਂਟ ਦੇ ਵਿੱਚੋਂ ਕਿਸੇ ਪਰਸਨ ਨੂੰ ਸੈਲਿੰਗ ਡਿਪਾਰਟਮੈਂਟ ਦੇ ਵਿੱਚ ਭੇਜਤਾ, ਸੈਲਿੰਗ ਦੇ ਵਿੱਚੋਂ ਕਿਸੇ ਨੂੰ ਕਿੱਥੇ ਭੇਜਤਾ ਮੈਂ ਮਾਰਕੀਟਿੰਗ ਦੇ ਵਿੱਚ ਭੇਜਤਾ, ਤਾਂ ਪੋਸੀਬਿਲਿਟੀ ਹੋ ਸਕਦੀ ਕਿ ਨਹੀਂ ਹੋ ਸਕਦੀ। ਇਹਨੂੰ ਅਸੀਂ ਕੀ ਕਹਿੰਦੇ ਕ੍ਰੀਏਸ਼ਨ ਤੇ ਰੀਕ੍ਰੀਏਸ਼ਨ। ਨੈਕਸਟ ਕੀ ਹੈ ਉਹੀ ਸੇਮ ਕਾਮਨ ਪੁਆਇੰਟ ਕਹਿੰਦੇ ਅਚੀਵਮੈਂਟ ਆਫ ਦਾ ਕਾਮਨ ਆਬਜੈਕਟਿਵ। ਕਹਿੰਦੇ ਜੋ ਸਾਡਾ ਕਾਮਨ ਆਬਜੈਕਟ ਹੈ ਉਹਨੂੰ ਅਚੀਵ ਕਰਨ ਲਈ ਸਾਨੂੰ ਕੀ ਕਰਨਾ ਪੈਂਦਾ ਆਰਗੇਨਾਈਜੇਸ਼ਨ ਬਣਾਉਣੀ ਪੈਂਦੀ ਡਿਵੀਜ਼ਨ ਆਫ ਵਰਕ। ਜੇ ਅਸੀਂ ਇਹ ਸੋਚ ਰਹੇ ਹਾਂ ਨਾ ਕੌਣ ਹੈਡ ਹੈ ਤੇ ਕੌਣ ਲੋਅਰ ਹੈ, ਮੀਨਸ ਕੌਣ ਸੁਪੀਰੀਅਰ ਹੈ ਤੇ ਕੌਣ ਕੀ ਹੈ ਸਬੋਰਡੀਨੇਟ ਹੈ। ਕਹਿੰਦੇ ਸਿਰਫ ਇਹ ਨਹੀਂ ਹੈ ਪੋਜੀਸ਼ਨਸ ਦੇ ਤੇ ਸਾਨੂੰ ਇਹ ਵੀ ਤਾਂ ਦੇਖਣਾ ਪਏਗਾ ਨਾ ਕੌਣ ਕੀ ਕੰਮ ਕਰੇਗਾ। ਸੁਪੀਰੀਅਰ ਡਿਸਾਈਡ ਕਰੇਗਾ ਅਗਰ ਪ੍ਰਿੰਸੀਪਲ ਨੂੰ ਪਤਾ ਹੈ ਕਿ ਮੇਰੇ ਅੰਡਰ ਕਿੰਨੇ ਡਿਪਾਰਟਮੈਂਟ ਨੇ 10 ਡਿਪਾਰਟਮੈਂਟਸ ਨੇ ਤਾਂ ਮੈਨੂੰ ਕੌਣ ਚਾਹੀਦੇ ਨੇ 10 HODs ਚਾਹੀਦੇ। ਹੁਣ HOD ਨੂੰ ਸਭ ਨੂੰ ਪਤਾ ਹੈ
कि अपने डिपार्टमेंट की गल करो, एक एचओडी है, किन्ने टीचर्स ने, मान लो कि चलो 10 टीचर्स ने, एचओडी किस नु की काम दे रही है, तो कहते डिवीजन ऑफ वर्क, कौन काम की करेगा। जे ਅਸੀਂ बिजनेस ऑर्गेनाइजेशन की गल करते हैं तो उत्थे ਅਸੀਂ की मान के चलते हैं भी परचेज डिपार्टमेंट, फिर प्रोडक्शन, फिर सेल, पैकेजिंग, सेल, मार्केटिंग, एडवर्टाइजिंग, एचआर डिपार्टमेंट, इन्ने डिपार्टमेंट्स ने कौन की काम कर रहा है। एचआर देखेगा भी कौन पर्सन हायर करेगा, कौन की है इंटरव्यूज लै रहा है, कौन सिलेक्ट कर रहा है, कौन ओरिएंटेशन कर रहा है। प्रोडक्शन दे विच जे मल्टी प्रोसैस प्रोडक्शन है तो पहली मशीन ते कौन है, सैकंड ते कौन है, रॉ मटीरियल कौन बाय कर रहा है, वही चीज की डिवीजन ऑफ वर्क। कहते अगर ਅਸੀਂ ऑर्गेनाइजिंग करते हैं ना, ऑर्गेनाइजेशन बनाने हैं तो ऑर्गेनाइजेशन ना साडे कोल डिवीजन ऑफ वर्क। कोऑर्डिनेशन जरूरी है क्योंकि देखो जे ਅਸੀਂ परचेज करांगे फिर ही ਅਸੀਂ प्रोड्यूस कर सकते, प्रोड्यूस करांगे ਅਸੀਂ पैक कर सकते, पैक कर सकते ਅਸੀਂ सेल कर सकते। कदे देखे कि ਤੁਸੀਂ ਪਹਿਲਾਂ पैकिंग करती, फिर ਤੁਸੀਂ परचेज कर लिया, फिर प्रोडक्शन करती, फिर सेल करता, नहीं, ਸਾਨੂੰ ਇੱਕ सीक्वेंस वाइज ਚੱਲਣਾ ਪੈਂਦਾ। ਇਸ ਕਰਕੇ ਕਹਿੰਦੇ ਕੋਆਰਡੀਨੇਸ਼ਨ ਜ਼ਰੂਰੀ ਹੈ। ਮੰਨ ਕੇ ਚੱਲੋ अगर परचेज 10 दिन लेट होगी, रॉ मटीरियल 10 दिन लेट हो गए, तो सानू कहंदे सानू दसना चाहिए प्रोडक्शन डिपार्टमेंट नु, सो दैट जो प्रोडक्शन डिपार्टमेंट है वो 10 दिन अपना कोई होर काम कर ले। अगर डिले हो रहा है तो कहंदे सानू की है एक दूजे नु इन्फॉर्म करना है। वैसे अगर ਅਸੀਂ कोऑर्डिनेट करके चलांगे, पहली गल दस कि डुप्लीकेशन ते डिले वर्क नु मतलब जो भी ਅਸੀਂ ਕੰਮ डिले हो रहा ਉਹਨਾਂ ਨੂੰ ਅਸੀਂ अवॉइड कर सकते हैं। पर अगर फिर भी इदां दी कुछ प्रॉब्लम्स हो रही हैं तो कहंदे सानू एक दूजे नु इंटीमेट करना चाहिए, इन्फॉर्म करना चाहिए अबाउट मतलब जो डिले या साडी की चल रहा है, कुछ भी अगर डिफॉल्ट या कुछ भी प्रॉब्लम्स क्रिएट हो गए। कोऑपरेटिव रिलेशनशिप्स देखो, कोऑर्डिनेशन ते कोऑपरेशन दे विच सिर्फ एक कोई डिफरेंस है, कोऑर्डिनेशन अमंग द डिपार्टमेंट्स हुंदा है। डिपार्टमेंट्स मतलब जिन्ना ਅਸੀਂ ਕੀ काम कर रहे हैं, ते कोऑपरेशन की हुंदा हैगा साडे कोल अमंग पीपल। जो मेजर डिफरेंस है, जो कोऑर्डिनेशन है ना, कोऑर्डिनेशन के साडे लिए एक ऑर्गेनाइजेशन काम करने लिए कुछ कंपल्सरी हो जाता है भी सानू कोऑर्डिनेट करना ही पड़ेगा। पर कोऑपरेशन की ना मर्जी हुंदी है, मतलब एक टीचर हुण तुसीं क्या मैथ वाले टीचर की छुट्टी ते जा रहे नेगे, हुण उत्थे कंपल्सरी नहीं है, कोई होर टीचर कहे चलो मैं काम करवा देना, ओह तां की होगा कोऑपरेटिव नेचर भी, एक दी जगह ते कोई दूसरा काम करे। कोऑर्डिनेशन की हुंदा हैगा भी अगर वो टीचर नहीं लैक्चर लगा रहा, कॉलेज वाले ਜਾਂ ਐਚਓਡੀ ਮੈਮ ਕਿਸੇ ਨੂੰ ਲੈਕਚਰ ਪ੍ਰੋਵਾਈਡ ਕਰ ਰਹੇ ਨੇ, ਕਿਸੇ ਹੋਰ ਟੀਚਰ ਨੂੰ ਕਹਿ ਰਹੇ ਨੇ ਵੀ ਬੱਚਿਆਂ ਨੂੰ ਆਪਾਂ ਇੱਕ ਲੈਕਚਰ ਫ੍ਰੀ ਨਹੀਂ ਦੇਣਾ ਜਾਂ ਬੱਚੇ ਫ੍ਰੀ ਰਹਿਣਗੇ ਜਾਂ ਕੋਈ ਹੋਰ ਲੈਕਚਰ ਐਡਜਸਟ ਕਰ ਲਓ, ਉਹ ਕੀ ਹੁੰਦਾ ਕੋਆਰਡੀਨੇਸ਼ਨ। ਵੀ ਉਹਨਾਂ ਨੂੰ 10 ਦਿਨ ਪਹਿਲਾਂ ਇਨਫੋਰਮ ਕਰਤਾ। ਕੋਆਪਰੇਸ਼ਨ ਹੁੰਦਾ ਆਪਣੀ ਮਰਜ਼ੀ ਨਾਲ ਇੱਕ ਦੂਜੇ ਦਾ ਕੰਮ ਕਰਨਾ, ਤੇ ਕੋਆਰਡੀਨੇਸ਼ਨ ਹੁੰਦਾ ਸੀ ਇੱਕ ਟੀਮ ਵਰਕ ਐਜ਼ ਅ ਆਰਗੇਨਾਈਜੇਸ਼ਨ ਕੰਮ ਪਰਫਾਰਮ ਕਰੀਏ। ਨੈਕਸਟ ਥਿੰਗ ਇਜ਼ 7 ਪੁਆਇੰਟ, ਕਹਿੰਦੇ ਇਹਦੇ ਵਿੱਚ ਕਿ ਜਦੋਂ ਅਸੀਂ ਆਰਗੇਨਾਈਜੇਸ਼ਨ ਕਰਦੇ ਸਾਡਾ ਵੈਲ ਡਿਫਾਈਨਡ ਹੋਣਾ ਚਾਹੀਦਾ ਅਥਾਰਟੀ ਐਂਡ रिस्पोंसिबिलिटी रिलेशनशिप, मतलब कौन था ऑर्डर्स प्रोवाइड करेगा ते कौन उन्होंने की है एक्सेप्ट करेगा। पता होना चाहिए भी जे मैनू किसी ने काम दिता उस काम दी मैं आंसरेबल किनू, आंसरेबल मतलब अकाउंटेबल मतलब मैं आपदा काम किनू चेक करा। नैक्सट ग्रुप बिहेवियर, कहते ऑर्गेनाइजेशन कली दा बनदी ने, ऑर्गेनाइजेशन दे विच की हुंदा है मल्टीपल पर्सनस हुंदे ने, पीपल हुंदे ने, इस करके जेहड़ी ऑर्गेनाइजेशन है वो कहते कदे भी मतलब डिपेंड करदे ग्रुप बिहेवियर ते कदे इंडिविजुअल बिहेवियर ते डिपेंड नहीं करदे। परफॉर्मेंस कहते अगर साडी ऑर्गेनाइजेशन अच्छा चल रही है, पूरा काम असीं अच्छे तरीके नाल डिवाइड करके चलदे हैं, असीं दसदे हैं भी कौड़ा टीचर की काम ऑर्गेनाइजेशन विच कौन पर्सन की काम करेगा, किन्ने डिपार्टमेंट्स होंगे, किद्दां परफॉर्म होएगा, तो साडी परफॉर्मेंस भी की होएगी, हाई होएगी। सिर्फ इन्ना क्या और कुछ नहीं है। नैक्सट के सिग्निफिकेंस, सिग्निफिकेंस की इंपोर्टेंस की है प्रॉपर यूटिलाइजेशन। देखो तुसी ना पूरी मैनेजमेंट दे सेम एडवांटेज लिख सकते, की लिख सकते होंगे, प्रॉफिट मैक्सिमाइजेशन दे विच हेल्प करता है, कॉस्ट नु मिनिमाइज करता है, वेस्टेज नु मिनिमाइज करता है। ठीक है जी, 3 पॉइंट तुसी मस्ट लिख सकते हो। उस लिख सकते हो एफिशिएंसी ते इफेक्टिवनेस, एफिशिएंसी इफेक्टिवनेस ਇਹ ਸਾਡੇ ਕੀ ਕਾਮਨ ਪੁਆਇੰਟਸ ਨੇ ਜੋ ਹਰ ਦੇ ਵਿੱਚ ਅਸੀਂ ਲਿਖ ਸਕਦੇ ਹਾਂ। ਹੁਣ ਪਹਿਲੀ ਚੀਜ਼ ਇਹਨਾਂ ਨੇ ਕੀ ਕਿਹਾ, ਹੈਲਪ ਇਨ ਆਪਟੀਮਮ ਯੂਟਿਲਾਈਜੇਸ਼ਨ ਆਫ ਟੈਕਨੀਕਲ ਇਨੋਵੇਟਿਵਸ, ਕਹਿੰਦੇ ਜੋ ਇਨੋਵੇਸ਼ਨਸ ਨੇ ਟੈਕਨੀਕਲ ਉਹਨਾਂ ਨੂੰ ਅਸੀਂ ਆਪਟੀਮਮ ਯੂਟਿਲਾਈਜ਼ ਕਰ ਸਕਦੇ ਹਾਂ। ਈਵਨ ਅਸੀਂ ਕੀ ਆ ਟੈਕਨੀਕਲ ਨਹੀਂ, ਚਾਹੇ ਹਿਊਮਨ ਰਿਸੋਰਸਿਸ ਨੇ, ਚਾਹੇ ਸਾਡੇ ਕੋਲ ਮਨੀ ਹੈ, ਕਿਸੇ ਵੀ ਰਿਸੋਰਸਿਸ ਨੂੰ ਅਸੀਂ ਪ੍ਰੋਪਰ ਯੂਟਿਲਾਈਜ਼ कर सकते हैं। नेक्स्ट किया हेल्प इन एडमिनिस्ट्रेशन, एडमिनिस्ट्रेशन वही टॉप पर्सनस, कहते जो टॉप पर्सनस ने, ओनर्स ने, सीईओ कंपनी दे ने, कहते उन्होंने भी कर दिया ऑर्गेनाइजिंग हेल्प कर दे, क्योंकि सानू पहले ही डिफाइन होएगा कौन हायर है, कौन लोअर है, कौन किस नु की काम देना, किस कोल की पावर्स ने, किस नु सी की पावर्स डेलीगेट कीतियां, काम करन तो बाद को कौन केड़ा पर्सन किनू की है अपने रिजल्ट्स या काम चेक करवाएगा, मतलब रिपोर्टिंग करेगा। नेक्स्ट किया प्रमोट्स ग्रोथ एंड डिवर्सिफिकेशन। देखो जो इंप्लॉइज ने ना अगर वो एक टीम दे विच काम कर रहे ने तो कहंदे उन्हां दी की होएगी, ग्रोथ होएगी।
ਕਹਿੰਦਾ ਉਹਨਾਂ ਨੂੰ ਪਤਾ ਚੱਲੇਗਾ ਅਸੀਂ ਕਿਵੇਂ ਕੰਮ ਪਰਫਾਰਮ ਕਰਨਾ, ਕਿਵੇਂ ਕਰਨਾ, ਅਲੱਗ-ਅਲੱਗ ਡਿਊਟੀਜ਼ ਦੋ। ਸਪੋਜ਼ ਮੈਂ ਐਜ਼ ਅ ਟੀਚਰ ਮੈਂ ਕਦੇ ਅਕਾਊਂਟ ਸਬਜੈਕਟ ਮੰਨ ਕੇ ਚਲੋ ਨਹੀਂ ਪੜਾਇਆ, ਮੈਨੂੰ ਅਕਾਊਂਟਸ ਮਿਲ ਗਿਆ ਤਾਂ ਮੇਰੀ ਕੀ ਹੋਏਗੀ, ਅਗਰ ਫਸਟ ਸਮੈਸਟਰ ਮੈਨੂੰ ਪ੍ਰੋਬਲਮ ਆ ਰਹੀ ਹੈ ਪਰ ਹੌਲੀ ਹੌਲੀ ਮੇਰੀ ਗਰੋਥ ਹੋਣੀ ਕੀ ਹੋ ਜਾਏਗੀ, ਸਟਾਰਟ ਹੋ ਜਾਏਗੀ। ਕਹਿੰਦੇ ਅਗਰ ਅਸੀਂ ਕੰਮ ਡਿਵਾਈਡ ਕਰਦੇ ਨੇ ਇੰਪਲੋਈਜ਼ ਦੇ ਵਿੱਚ ਤਾਂ ਕਹਿੰਦੇ ਉਹਨਾਂ ਨੂੰ ਅਗਰ ਅਸੀਂ ਕੀ ਹੈ ਪੁੱਲ ਕਰਦੇ ਵੀ ਤੁਸੀਂ ਸੋਰੀ ਪੁਸ਼ ਕਰਦੇ ਹਾਂ ਅਸੀਂ ਵੀ ਇਹ ਕੰਮ ਪਰਫਾਰਮ ਕਰੋ, ਉਹਨਾਂ ਦੀ ਕਹਿੰਦੇ ਕਿ ਪਰਸਨਲ ਗਰੋਥ ਹੋਣੀ ਕੀ ਹੈ ਵਰਕਰਸ ਦੀ ਸਟਾਰਟ ਹੋ ਜਾਣਗੇ। ਨੈਕਸਟ ਕੀ ਹੈ ਈਜ਼ੀਲੀ ਕੋਆਰਡੀਨੇਟ, ਕਹਿੰਦੇ ਸਾਨੂੰ ਹੈਲਪ ਕਰਦੀ ਆਰਗੇਨਾਈਜ਼ਿੰਗ, ਅਸੀਂ ਕੁਝ ਜਣਾ ਕੀ ਕਰਕੇ ਚਲੇ ਕੋਆਰਡੀਨੇਟ ਕਰਕੇ ਚਲੇ। ਅਗਰ ਮੈਨੂੰ ਪਤਾ ਹੋਏਗਾ ਮੇਰਾ ਪ੍ਰੋਡਕਸ਼ਨ ਡਿਪਾਰਟਮੈਂਟ ਹੈ ਤਾਂ ਮੈਨੂੰ ਸਿੰਪਲੀ ਪਤਾ ਹੋਏਗਾ ਮੈਂ ਕਿਹਦੇ ਨਾਲ ਕੋਆਰਡੀਨੇਟ ਕਰਕੇ ਚੱਲਣਾ, ਸਭ ਤੋਂ ਪਹਿਲਾਂ ਪਰਚੇਜ਼ ਡਿਪਾਰਟਮੈਂਟ ਨਾਲ, ਫਿਰ ਮੈਂ ਕਿਸ ਨਾਲ ਕੋਆਰਡੀਨੇਟ ਕਰਕੇ ਚੱਲਣਾ ਹੈ ਮੇਰੀ ਪੈਕੇजिंग डिपार्टमेंट। देखो ਹੁਣ ਸੇਲ ਨਾਲ ਮੈਂ ਕਰਾਂ ਨਾ ਕਰਾਂ ਮੈਟਰ ਨਹੀਂ ਕਰਦਾ, ਪੈਕੇजिंग ਵਾਲੇ ਆਪੇ ਸੇਲ ਨਾ ਕਰਨ ਨਾ ਕਰਨ ਉਹਨਾਂ ਦੀ ਮਰਜ਼ੀ ਹੈ, ਪਰ ਮੈਨੂੰ ਮੇਰਾ ਪਤਾ ਚੱਲੇਗਾ ਕਿ ਮੈਂ ਕਿਸ ਨਾਲ ਕੋਆਰਡੀਨੇਟ ਕਰਨਾ। ਟ੍ਰੇਨਿੰਗ ਐਂਡ ਡਿਵੈਲਪਮੈਂਟ ਆਫ ਪਰਸਨਲ, ਸੇਮ ਪੁਆਇੰਟ ਹੈ, ਕਹਿੰਦੇ ਜਿਹੜੇ ਵਰਕਰਸ ਨੇ ਅਗਰ ਅਸੀਂ ਉਹਨਾਂ ਨੂੰ ਕੋਈ ਵੀ ਨਵਾਂ ਕੰਮ ਦਿੰਨੇ ਹਾਂ ਤਾਂ ਉਹਨਾਂ ਨੂੰ ਸਾਨੂੰ ਕਿ ਪਹਿਲਾਂ ਟ੍ਰੇਨਿੰਗ ਤੇ ਡਿਵੈਲਪਮੈਂਟ ਦੋਨੋਂ ਹੀ ਦੇਣੇ ਪੈਂਦੇ ਨੇ। ਟ੍ਰੇਨਿੰਗ ਵਰਡ ਯੂਜ਼ ਹੁੰਦਾ ਸਿਰਫ ਸਪੈਸੀਫਿਕ ਟਾਸਕ, ਸਪੈਸੀਫਿਕ ਅਗਰ ਟਾਸਕ ਮਿਲ ਰਹੇ ਨੇ ਉਹਦੇ ਲਈ ਅਸੀਂ ਵਰਡ ਯੂਜ਼ ਕਰਦੇ ਹਾਂ ਟ੍ਰੇਨਿੰਗ। ਡਿਵੈਲਪਮੈਂਟ ਹੁੰਦੀ ਹੈ ਓਵਰਆਲ, ਵੀ ਓਵਰਆਲ ਇੱਕ ਪਰਸਨੈਲਿਟੀ ਦੇ ਵਿੱਚ ਕਿੰਨੀ ਗਰੋਥ ਹੋ ਰਹੀ ਹੈ। ਜਿਵੇਂ ਮੰਨ ਕੇ ਚੱਲੋ ਅਗਰ ਕੋਈ ਨਈ ਮਸ਼ੀਨਸ ਲੈ ਕੇ ਆਏ ਆ, ਲਾਈਕ ਹੁਣ ਅਗਰ ਕੋਵਿਡ ਚੱਲਿਆ ਸੀ ਸਾਡੀ ਕਲਾਸਿਸ ਕਿਸ ਤੇ ਚੱਲ ਰਹੀਆਂ ਸੀ, ਜ਼ੂਮ ਤੇ। ਹੁਣ ਟੀਚਰਸ ਨੂੰ ਜਿਨ੍ਹਾਂ ਨੂੰ ਨਹੀਂ ਕਰਨਾ ਆਉਂਦਾ ਸੀ ਉਹਨਾਂ ਨੂੰ ਦੱਸ ਰਹੇ ਜ਼ੂਮ ਕਿੱਦਾਂ ਕਰਨਾ ਹੈ, ਕਿਵੇਂ ਕਰਨਾ ਹੈ, ਉਹ ਕੀ ਦੇ ਰਹੇ ਅਸੀਂ ਟ੍ਰੇਨਿੰਗ ਕਰ ਰਹੇ ਹਾਂ ਇੱਕ ਸਪੈਸੀਫਿਕ ਟਾਸਕ ਲਈ। ਡਿਵੈਲਪਮੈਂਟ ਕੀ ਹੁੰਦੀ ਹੈ, ਉਹਨਾਂ ਨੂੰ ਪੀਸੀ ਓਵਰਆਲ ਯੂਜ਼ ਕਰਨਾ ਆਇਆ ਸੀ, ਕਿੱਦਾਂ ਯੂਜ਼ ਕਰਨਾ, ਫੋਨ ਦੇ ਫੀਚਰਸ ਯੂਜ਼ ਕਰਨੇ, ਤਾਂ ਉਹ ਕੀ ਹੋ ਗਈ ਓਵਰਆਲ ਡਿਵੈਲਪਮੈਂਟ। ਤਾਂ ਦੋਨਾਂ ਦੇ ਵਿੱਚ ਹੈਲਪ ਕਰਦੀ ਆਰਗੇਨਾਈਜ਼ਿੰਗ, ਕਿਉਂਕਿ ਅਗਰ ਅਸੀਂ ਕੰਮ ਦਵਾਂਗੇ ਕਿਸੇ ਨਵੇਂ ਪਰਸਨ ਨੂੰ ਸਾਨੂੰ ਉਹਨੂੰ ਕੀ ਦੇਣੀ ਪਏਗੀ ਟ੍ਰੇਨਿੰਗ ਤੇ ਡਿਵੈਲਪਮੈਂਟ। ਕਹਿੰਦੇ ਐਨਕਰੇਜ ਇਨੀਸ਼ੀਏਟਿਵਸ, ਕਹਿੰਦੇ ਅਗਰ ਅਸੀਂ ਡਿਵਾਈਡ ਕਰਦੇ ਨਾ ਸਪੋਜ਼ ਮੰਨ ਕੇ ਚੱਲੋ ਕਹਿੰਦੇ ਪ੍ਰਿੰਸੀਪਲ ਮੈਮ ਨੇ ਐਚਓਡੀ ਨੂੰ ਕੀ ਦਿੱਤੀ ਪਾਵਰ ਦਿੱਤੀ ਕੋਈ ਵੀ ਇਵੈਂਟ ਕਰਾਉਣ ਦੀ, ਤਾਂ ਐਚਓਡੀ ਕੀ ਇੱਕ ਟੀਚਰ ਇਨਫੋਰਮ ਕਰੇਗਾ ਮੀਟਿੰਗ ਕੀਤੀ ਟੀਚਰਸ ਨਾਲ ਵੀ ਟੀਚਰਸ ਨੂੰ ਕਿਆ ਦੱਸੋ ਕਿਹੜਾ ਟੀਚਰ ਇਹ ਕੰਮ ਪਰਫਾਰਮ ਕਰ ਸਕਦਾ ਹੈ। ਹਜੇ ਉਹਨੇ ਦੇਖੋ ਹੈਡ ਇਹ ਹੈ ਮਤਲਬ ਐਚਓਡੀ ਸਪੋਜ਼ ਹੈ ਇਸ ਟਾਈਮ ਵੀ ਸੁਪੀਰੀਅਰ ਹੈਡ ਐਚਓਡੀ ਹੈ ਤਾਂ ਸਬੋਰਡੀਨੇਟ ਜਿੰਨੇ ਟੀਚਰਸ ਨੇ ਉਹਨਾਂ ਤੋਂ ਪੁੱਛ ਰਿਹਾ, ਪਾਰਟਿਸਿਪੇਟ ਕਰਾ ਰਿਹਾ, ਇਨੀਸ਼ੀਏਟਿਵਸ ਲੈ ਰਿਹਾ। ਇਨੀਸ਼ੀਏਟਿਵ ਮਤਲਬ ਹੁੰਦਾ ਪਹਿਲ ਕਰਨੀ ਵੀ ਇਹ ਕੰਮ ਕੌਣ ਕਰੇਗਾ, ਕੋਈ ਟੀਚਰਸ ਦੇ ਵਿੱਚ ਬੋਲ ਰਿਹਾ ਕਿ ਮੈਂ ਕਰੂੰ। ਅਗਰ ਟੀਚਰ ਨੇ ਮੰਨ ਕੇ ਚੱਲੋ ਕਲਾਸ ਵਿੱਚ ਤੁਹਾਨੂੰ ਕਿਹਾ ਵੀ ਫਰੈਸ਼ਰ ਪਾਰਟੀ ਦੇ ਲਈ ਠੀਕ ਹੈ ਕਾਰਡ ਇਨਵੀਟੇਸ਼ਨ ਕਾਰਡ ਕੌਣ ਬਣਾ ਰਿਹਾ, ਜੋ ਅੱਗੇ ਸਟੂਡੈਂਟਸ ਆ ਰਹੇ ਨੇ ਕਿ ਅਸੀਂ ਬਣਾ ਰਹੇ ਉਹਨਾਂ ਅਸੀਂ ਕਹਿੰਦੇ ਇਨੀਸ਼ੀਏਟਿਵਸ। ਨੈਕਸਟ ਕੀ ਹੈ ਬੈਟਰ ਹਿਊਮਨ ਰਿਲੇਸ਼ਨਸ, ਕਿਉਂਕਿ ਇਹਦੇ ਵਿੱਚ ਮੇਨ ਸਾਡੇ ਕੋਲ ਆਰਗੇਨਾਈਜ਼ਿੰਗ ਦੇ ਵਿੱਚ ਕੰਮ ਕੀ ਚੱਲਦਾ ਹੈਗਾ ਵੀ ਜੋ ਸਾਡਾ ਸੁਪੀਰੀਅਰ ਹੈ ਉਹ ਸਬੋਰਡੀਨੇਟ ਨੂੰ ਕੀ ਦਿੰਦਾ ਕੰਮ ਦਿੰਦਾ। ਜੇ ਸਬੋਰਡੀਨੇਟ ਨੂੰ ਕੰਮ ਦਿੰਦਾ ਹੈ ਤਾਂ ਬਾਰ-ਬਾਰ ਉਹ ਕੀ ਕਰਦੇ ਕਮਿਊਨੀਕੇਟ ਕਰਦੇ ਨੇ, ਤੇ ਸਿਰਫ ਇਹ ਨਹੀਂ ਹੈ ਕਿ ਸਿੰਗਲ ਸਬੋਰਡੀਨੇਟ ਨੂੰ ਕੰਮ ਦਿੰਦਾ, ਸਮ ਟਾਈਮ ਸਾਡੇ ਕੋਲ ਟੀਮ ਦੇ ਵਿੱਚ ਕੰਮ ਮਿਲਦਾ। ਅਗਰ ਟੀਮ ਦੇ ਵਿੱਚ ਕੰਮ ਕਰਦੇ ਹਾਂ ਤਾਂ ਸਾਡੇ ਕਹਿੰਦੇ ਕਿ ਰਿਲੇਸ਼ਨਸ ਕੀ ਹੁੰਦੇ ਨੇ ਬਿਲਟ ਹੁੰਦੇ ਨੇ। ਮੰਨ ਕੇ ਚੱਲੋ ਹੁਣ ਅਗਰ ਤੁਸੀਂ ਕਲਾਸ 2 ਸਾਲ ਇਕੱਠੇ ਪੜ੍ਹ ਰਹੇ ਹੋ ਤੁਸੀਂ ਵੀ ਤਾਂ ਫਰੈਂਡਸ ਬਣਦੇ ਹੋ, ਉਸੇ ਤਰੀਕੇ ਨਾਲ ਇੱਕ ਆਰਗੇਨਾਈਜੇਸ਼ਨ ਦੇ ਵਿੱਚ ਅਗਰ ਅਸੀਂ ਕੰਮ ਕਰਦੇ ਹਾਂ ਇਕੱਠੇ ਤਾਂ ਸਾਡੇ ਹਿਊਮਨ ਰਿਲੇਸ਼ਨਸ ਕੀ ਹੁੰਦੇ ਨੇ ਇੰਪਰੂਵ ਹੁੰਦੇ ਨੇ। ਨੈਕਸਟ ਸਟੈਪ ਇਜ਼ ਦਾ ਸਟੈਪ ਇਨਵੋਲਵਸ ਇਨ ਪ੍ਰੋਸੈਸ ਆਫ ਆਰਗੇਨਾਈਜ਼ਿੰਗ, ਇਹ ਵੀ ਇੰਪੋਰਟੈਂਟ ਟੌਪਿਕ ਹੈ ਪੇਪਰ ਪੁਆਇੰਟ ਆਫ ਵਿਊ ਫਾਈਨਲਸ, ਕਿਉਂਕਿ ਆਰਗੇਨਾਈਜ਼ਿੰਗ ਦੇ ਸਟੈਪ ਵੀ ਜ਼ਰੂਰੀ ਨੇ। ਸਭ ਤੋਂ ਪਹਿਲਾਂ ਦੇਖੋ ਇਹਦੇ ਵਿੱਚ 5 ਸਟੈਪ ਹੁੰਦੇ ਨੇ, ਕੁਝ ਬੁੱਕਸ 6 ਪ੍ਰੈਫਰ ਕਰਦੀਆਂ ਕੁਝ 5 ਕਰਦੀਆਂ ਨੇ। ਅਗਰ ਮੈਂ ਹੁਣ ਗੱਲ ਕਰਾਂ ਸਾਡਾ ਫਰਸਟ ਸਟੈਪ ਕੀ ਹੈ ਆਇਡੈਂਟੀਫਿਕੇਸ਼ਨ ਐਂਡ ਡਿਵੀਜ਼ਨ ਆਫ ਵਰਕ, ਮਤਲਬ ਕੀ ਹੈ ਜੋ ਅਸੀਂ ਕੰਮ ਕਰ ਰਹੇ ਹਾਂ ਪਹਿਲਾਂ ਅਸੀਂ ਕਰਨਾ ਹੈ, ਜੋ ਅਸੀਂ ਆਰਗੇਨਾਈਜ਼ਿੰਗ ਕਹਿੰਦੇ ਕੰਮ ਦੇਖੋ ਸਿਰਫ ਦੇਣਾ ਨਹੀਂ, ਸਿਰਫ ਸੋਚਣਾ ਹੈ ਵੀ ਸਾਡੇ ਕੋਲ ਟੋਟਲ ਵਰਕ ਕਿੰਨਾ ਹੈ। ਟੋਟਲ ਵਰਕ ਨੂੰ ਕਹਿੰਦੇ ਕਿ ਤੁਸੀਂ ਹੁਣ ਡਿਵਾਈਡ ਕਰ ਦੋ ਵੀ ਉਹ ਕੰਮ ਕਿਵੇਂ ਕਰਨਾ। ਹੁਣ ਮੰਨ ਕੇ ਚਲੋ ਫਰੈਸ਼ਰਸ ਪਾਰਟੀ ਸੀ, ਅਗਰ ਫਰੈਸ਼ਰਸ ਪਾਰਟੀ ਸੀ ਮੈਨੂੰ ਕੀ ਕੰਮ ਚਾਹੀਦੇ ਸੀ, ਮੈਂ ਕਹਿ ਰਹੀ ਸੀਗੀ ਮੈਨੂੰ ਕੀ ਚਾਹੀਦਾ ਫੂਡ ਡਿਪਾਰਟਮੈਂਟ ਚਾਹੀਦਾ ਕੋਈ, ਮੈਨੂੰ ਡੈਕੋਰੇਸ਼ਨ ਡਿਪਾਰਟਮੈਂਟ ਚਾਹੀਦਾ ਕੋਈ, ਤੇ ਮੈਨੂੰ ਕੀ ਚਾਹੀਦਾ ਇਨਵੀਟੇਸ਼ਨ। ਮੈਂ 3 ਚੀਜ਼ ਮੰਨ ਰਹੀ ਹਾਂ ਕਿ ਮੈਨੂੰ ਇਹ 3 ਡਿਪਾਰਟਮੈਂਟਸ ਕੀ ਚਾਹੀਦੇ ਨੇ ਕੰਮ ਮੇਨ ਮੇਜਰ ਇਵੈਂਟਸ ਇਹ ਨੇ। ਕਹਿੰਦੇ ਡਿਵੀਜ਼ਨ ਕਰੋ, ਫਿਰ ਉਸ ਤੋਂ ਬਾਅਦ ਦੇਖੋ ਕਿਹੜੇ ਪਰਸਨ ਕਿਹੜੀ ਚੀਜ਼ ਦੇ ਵਿੱਚ ਸਪੈਸ਼ਲਾਈਜੇਸ਼ਨ ਹੋ ਸਕਦੀ ਹੈ। ਕਹਿੰਦੇ ਜੋ ਪਰਸਨ ਸਪੈਸ਼ਲਾਈਜੇਸ਼ਨ ਹੋ ਸਕਦੇ ਆ ਉਹਨਾਂ ਪਰਸਨਸ ਨੂੰ ਕੰਮ ਕੀ ਕਰ ਦੋ ਪ੍ਰੋਵਾਈਡ ਕਰ ਦੋ। ਸਿਰਫ ਬਸ ਇੰਨਾ ਕਿ ਸਟੈਪ ਦਾ ਹੋਰ ਕੁਝ ਨਹੀਂ ਹੁੰਦਾ। ਹੁਣ ਇਹਦੇ ਬੇਸਿਸ ਤੇ ਦੱਸਦੇ ਆ, ਕਹਿੰਦੇ ਆਇਡੈਂਟੀਫਿਕੇਸ਼ਨ ਐਂਡ ਡਿਵੀਜ਼ਨ ਆਫ ਵਰਕ, ਟੋਟਲ ਕੰਮ ਦੇਖੋ ਉਸ ਕੰਮ ਨੂੰ ਕਿ ਸਮਾਲ ਪਾਰਟਸ ਦੇ ਵਿੱਚ ਡਿਵਾਈਡ ਕਰ ਦੋ। ਪਰ ਅਗਰ ਤੁਸੀਂ ਡਿਵਾਈਡ ਕਰੋ ਨਾ ਏਦਾਂ ਕਰਨਾ ਨਾ ਤਾਂ ਕਿਸੇ ਕੋਲ ਓਵਰਬਰਡਨ ਹੋ ਜੇ, ਇਹ ਨਾ ਹੋਵੇ ਕਿ ਇੱਕੋ ਹੀ ਪਰਸਨ ਸਾਰਾ ਕੰਮ ਕਰ ਰਿਹਾ, ਤੇ ਇਹ ਵੀ ਨਾ ਹੋਵੇ ਕਿ ਕੋਈ ਪਰਸਨ ਬਿਲਕੁਲ ਫ੍ਰੀ ਰਹਿ ਰਿਹਾ। ਜੋ ਕਹਿੰਦੇ ਤੁਸੀਂ ਕਿ ਇੱਕ ਬੈਲੈਂਸ ਹੋਣਾ ਚਾਹੀਦਾ, ਕਿਸੇ ਨੂੰ ਵੀ ਕੰਮ ਦੇ ਕੋਈ ਮੈਟਰ ਨਹੀਂ ਕਰਦਾ ਪਰ ਕੰਮ ਦੇ ਵਿੱਚ ਬੈਲੈਂਸ ਹੋਣਾ ਜ਼ਰੂਰੀ ਹੈ। ਤੇ ਜਿਹੜੇ ਕੰਮ ਦੇ ਰਹੇ ਹੋ ਉਹ ਤੁਸੀਂ ਦੇਖੋ ਕਿ ਉਹ ਪਰਸਨ ਦੇ ਵਿੱਚ ਸਕਿੱਲਸ ਹੈ ਉਹਨੂੰ ਕਰਨ ਦੇ, ਕੌਣ ਪਰਸਨ ਸਭ ਤੋਂ ਵਧੀਆ ਤਰੀਕੇ ਨਾਲ ਕਰ ਸਕਦਾ, ਕਿਹੜੇ ਪਰਸਨ ਦੇ ਵਿੱਚ ਸਕਿੱਲਸ ਨੇ
कोई भी चीज हो सकती किसी बेसिस से भी दे सकते हैं ਅਸੀਂ ਉਹ ਬਾਅਦ ਦੇ ਵਿੱਚ। ਨੈਕਸਟ ਕੀ ਹੈ डिपार्टमेंटलाइजेशन मतलब ਹੁੰਦਾ ਹੈ ਜੋ ਕੰਮ ਹੈ ਡਿਪਾਰਟਮੈਂਟਸ ਨੂੰ ਡਿਵਾਈਡ ਕਰਨਾ। ਦੇਖੋ ਸਿੰਪਲੀ ਪਹਿਲਾ ਕੰਮ ਦੇਖਿਆ, ਕੰਮ ਨੂੰ ਡਿਵਾਈਡ ਕੀਤਾ, ਮੈਂ ਸੋਚਿਆ ਮੈਂ ऑर्गेनाइजेशन रन करनी है, मैं की बनाने है शूज बनाने। अगर मैं शू बनाने नेगे तो शू बनाने लई मैं की सोचा पहला मैनू की करना पेगा परचेज, फिर प्रोड्यूस, फिर मैनू की करना पेगा अगेन वही पैक, फिर मैं की कर रही हाँ एडवरटाइजमेंट कर रही हैं, फिर मैं की कर रही हूँ सेल कर रही हूँ ते दो सब तो पहला मैं की किया HR डिपार्टमेंट बनाया। हुण ये चीज नूं असीं कहने डिपार्टमेंटलाइजेशन, कुछ नहीं जो काम है जो डिपार्टमेंट्स असीं डिसाइड करने, डिपार्टमेंट्स कह लो, डिवीजन कह लो, सैक्शंस कह लो, चाहे प्लेसिंग कह लो। ਕਹਿੰਦੇ ਅਸੀਂ ਕਿ ਡਿਪਾਰਟਮੈਂਟਸ ਦੇ ਹੈਡ ਨੂੰ ਚੂਜ਼ ਕਰਨਾ, ਕੌਣ ਹੈਡ ਹੋਏਗਾ, ਕਹਿੰਦੇ ਉਹਨੂੰ ਅਸੀਂ ਕਹਿੰਦੇ ਆ ਕਿ ਡਿਪਾਰਟਮੈਂਟਲਾਈਜੇਸ਼ਨ। ਦੇਖੋ ਅਸੀਂ ਡਿਪਾਰਟਮੈਂਟ ਕਿਵੇਂ ਕਰ ਸਕਦੇ, ਫੰਕਸ਼ਨ ਦੇ ਬੇਸਿਸ ਤੇ ਕਰ ਸਕਦੇ ਵੀ ਮਾਰਕੀਟਿੰਗ, ਪਰਸੋਨਲ, ਫਾਈਨਾਂਸ, ਪ੍ਰੋਡਕਟ ਬੇਸਿਸ ਕਰ ਸਕਦੇ। ਜੇ ਮੇਰੇ ਕੋਲ ਮਲਟੀ ਪ੍ਰੋਡਕਟਸ ਨੇਗੇ ਵੀ ਟੈਕਸਟਾਈਲ ਦਾ ਮੈਂ ਇੱਕ ਫੈਕਟਰੀ ਬਣਾਤੀ ਜਾਂ ਡਿਪਾਰਟਮੈਂਟ ਬਣਾਤਾ, ਕੈਮੀਕਲ ਦਾ ਇੱਕ ਬਣਾ ਲਿਆ, ਪਾਵਰ ਡਿਵੀਜ਼ਨ ਇੱਕ ਕਰਤਾ। ਜੇ ਮੈਂ ਟੈਰੀਟਰੀਜ਼ ਬੇਸਿਸ ਕਰ ਰਹੀ ਹਾਂ ਫਿਰ ਮੈਂ ਕੀ ਕਰ ਸਕਦੀ ਹਾਂ ਵੀ ਨਾਰਥ, ਸਾਊਥ, ਈਸਟ, ਵੈਸਟ, ਸੈਂਟਰਲ ਵੀ ਕਿੱਦਾਂ ਕਿੱਦਾਂ ਆਪਣੇ ਡਿਸਟ੍ਰੀਬਿਊਟ ਕਰਨਾ। ਡਿਪਾਰਟਮੈਂਟ ਕਿਵੇਂ ਵੀ ਹੋ ਸਕਦੇ ਨੇ, ਡਿਪਾਰਟਮੈਂਟ ਮਤਲਬ ਹੁੰਦਾ ਕਿ ਇੱਕ ਪਲੇਸ ਜਾਂ ਇੱਕ ਅਸੀਂ ਕੀ ਹੈ ਪੂਰੀ ਆਰਗੇਨਾਈਜੇਸ਼ਨ ਨੂੰ ਡਿਸਟ੍ਰੀਬਿਊਟ ਕਰ ਦੇਣਾ ਪਾਰਟਸ ਦੇ ਵਿੱਚ, ਪੂਰੀ ਆਰਗੇਨਾਈਜੇਸ਼ਨ ਨੂੰ ਡਿਸਟ੍ਰੀਬਿਊਟ ਕਰਨਾ ਪਾਰਟਸ ਦੇ ਵਿੱਚ, ਉਹਨੂੰ ਅਸੀਂ ਕੀ ਕਹਿੰਦੇ ਹਾਂ ਡਿਪਾਰਟਮੈਂਟਲਾਈਜੇਸ਼ਨ। ਨੈਕਸਟ ਕੇ ਅਸਾਈਨਮੈਂਟ ਆਫ ਡਿਊਟੀਜ਼, ਕਹਿੰਦੇ ਅਸੀਂ ਕੰਮ ਦੇਖਿਆ ਕੀ ਦੇਣਾ, ਅਸੀਂ ਕੰਮ ਨੂੰ ਡਿਵਾਈਡ ਕਰ ਲਿਆ, ਅਸੀਂ ਆਰਗੇਨਾਈਜੇਸ਼ਨ ਨੂੰ ਵੀ ਡਿਵਾਈਡ ਕਰ ਲਿਆ। ਆਰਗੇਨਾਈਜੇਸ਼ਨ ਨੂੰ ਡਿਵਾਈਡ ਕਰਨ ਤੋਂ ਬਾਅਦ ਜਦੋਂ ਅਸੀਂ ਕੰਮ ਦੇ ਰਹੇ ਹਾਂ, ਕਹਿੰਦੇ ਜਦੋਂ ਅਸੀਂ ਡਿਪਾਰਟਮੈਂਟ ਨੂੰ ਡਿਵਾਈਡ ਕੰਮ ਨੂੰ ਡਿਸਟ੍ਰੀਬਿਊਟ ਕਰ ਰਹੇ ਹਾਂ ਉਹਨੂੰ ਅਸੀਂ ਕਹਿੰਦੇ ਅਸਾਈਨਮੈਂਟ ਆਫ ਡਿਊਟੀਜ਼ ਵੀ ਕਿਹੜੇ ਪਰਸਨ ਨੂੰ ਕੀ ਕੰਮ ਦੇ ਰਹੇ। ਕਹਿੰਦੇ ਅਸਾਈਨਮੈਂਟ ਦੇਣ ਦੇ ਨਾਲ ਸਾਨੂੰ ਕਿ ਉਹਨਾਂ ਦਾ ਰਿਲੇਸ਼ਨਸ਼ਿਪ ਦੇਖਣਾ ਪਏਗਾ। ਉਹੀ ਅਗੇਨ ਕਿਹੜਾ ਰਿਲੇਸ਼ਨਸ਼ਿਪ, ਅਥਾਰਟੀ ਵਾਲਾ ਤੇ ਰਿਸਪੌਂਸਿਬਿਲਿਟੀ ਵਾਲਾ, ਕਿ ਕੌਣ ਕਿਹਨੂੰ ਪਾਵਰਸ ਦੇਗਾ, ਆਰਡਰਸ ਦੇਗਾ, ਕੌਣ ਉਸ ਪਾਵਰਸ ਜਾਂ ਆਰਡਰਸ ਨੂੰ ਅਸੈਪਟ ਕਰਕੇ ਆਪਣਾ ਕੰਮ ਕਰੇਗਾ। ਵੀ ਕਿਹੜਾ ਰਿਲੇਸ਼ਨਸ਼ਿਪ ਐਸਟੈਬਲਿਸ਼ ਕਰਨਾ ਵੀ ਪਾਵਰਸ ਕਿਹਦੇ ਕੋਲ ਨੇ ਤੇ ਉਹ ਪਾਵਰਸ ਕਿਹਨੂੰ ਕਿਹਨੂੰ ਦੇ ਸਕਦਾ, ਕਿਵੇਂ ਕਿਵੇਂ ਦੇਣਾ ਚਾਹੀਦਾ। ਨੈਕਸਟ ਚੀਜ਼ ਬਸ ਇਹ ਮੈਂ ਕਹਿ ਰਹੀ ਕੁਝ ਕੁ 4 ਕਰਦੇ ਨੇ, 5 ਕਰਦੇ ਨੇ। ਅਗਰ ਤੁਸੀਂ ਆਪਣੀ ਬੁੱਕ ਤੋਂ ਸੈਟੀਸਫਾਈਡ ਹੋ ਤਾਂ ਤੁਸੀਂ ਆਪਣੀ ਬੁੱਕ ਦੇ ਵਿੱਚ ਪੁਆਇੰਟਸ ਕਰ ਸਕਦੇ। ਨੈਕਸਟ ਟੌਪਿਕ ਹੈ ਟਾਈਪਸ ਆਫ ਆਰਗੇਨਾਈਜੇਸ਼ਨ ਹੈ। ਤਾਂ ਸਾਡੇ ਕੋਲ 2 ਮੇਜਰ ਟਾਈਪਸ ਆਉਂਦੇ ਨੇ, ਇੱਕ ਫਾਰਮਲ, ਇੱਕ ਇਨਫਾਰਮਲ। ओके जी, पहला मैं डिफरेंस करा रही हूँ, अगर फॉर्मल तो इनफॉर्मल का डिफरेंस कर लूंगे फिर तो इजी हो जाएगा मीनिंग समझना। देखो मीनिंग अगर दसा सिंपली की है, फॉर्मल ऑर्गेनाइजेशंस किहड़ियां ऑर्गेनाइजेशंस हुंदियां ने जिहदे विच जो अथॉरिटी एंड रिस्पोंसिबिलिटी है ना वो कौन डिसाइड करदा हैगा, जो हायर्स ने ਜਾਂ ਇੱਕ स्ट्रक्चर वैल डिफाइंड स्ट्रक्चर ਹੁੰਦਾ ਵੀ ਅਸੀਂ ਪਹਿਲੇ ਡਿਸਾਈਡਡ ਹੁੰਦਾ ਵੀ ਇੱਕ ਸਾਡੇ ਕੋਲ ਨਾ ਕਾਲਜ ਓਪਨ ਕੀਤਾ, ਇੱਕ ਪ੍ਰਿੰਸੀਪਲ ਚਾਹੀਦੇ, ਪ੍ਰਿੰਸੀਪਲ ਦੇ ਅੰਡਰ 4 ਡਿਪਾਰਟਮੈਂਟਸ ਨੇ, 4 HODs ਚਾਹੀਦੀਆਂ ਨੇ, ਫਿਰ ਹਰ ਡਿਪਾਰਟਮੈਂਟ ਦੇ ਵਿੱਚ 10 ਟੀਚਰਸ ਚਾਹੀਦੇ ਨੇ। ਜਦੋਂ ਅਸੀਂ ਇੱਕ ਫਾਰਮਲ ਵੇ ਦੇ ਵਿੱਚ ਮਤਲਬ ਇੱਕ ਕੀ ਕਰਦੇ ਆ ਲੀਗਲ ਵੇ ਕਹਿ ਲਓ, ਚਾਹੇ ਤੁਸੀਂ ਇਹ ਕਹਿ ਲਓ ਕਿ ਇੱਕ ਆਰਗੇਨਾਈਜੇਸ਼ਨ ਦੇ ਵਿੱਚ ਜੋ ਹੈਡਸ ਨੇ, ਓਨਰ ਨੇ, ਉਹ ਡਿਸਾਈਡ ਕਰ ਰਹੇ ਨੇ, ਉਹਨੂੰ ਅਸੀਂ ਕਹਿੰਦੇ ਫਾਰਮਲ ਆਰਗੇਨਾਈਜੇਸ਼ਨ। ਪਰ ਇਨਫਾਰਮਲ ਦੇ ਵਿੱਚ ਜੋ ਨੈਟਵਰਕ ਹੈ ਉਹ ਕੀ ਹੁੰਦਾ, ਸਾਡਾ ਸੋਸ਼ਲ ਰਿਲੇਸ਼ਨਸ਼ਿਪ ਹੁੰਦਾ। ਬਣਦਾ ਕਿਵੇਂ ਹੈ, ਫਰੈਂਡ ਬੇਸਿਸ ਤੇ ਬਣਦਾ। ਹੁਣ ਜਿਵੇਂ ਐਗਜ਼ਾਮਪਲ ਮੰਨ ਕੇ ਚਲੋ MBA ਦੇ ਵਿੱਚ ਸਾਡੇ ਕੋਲ ਕੀ ਹੈ 2 ਕਲਾਸਿਸ ਡਿਵਾਈਡ ਕਰਤੇ हैं, एक MBA फर्स्ट ਤੇ ਇੱਕ MBA ਸੈਕੰਡ। ਇਹ ਕਿੰਨਾ ਸਿਸਟਮ ਹੈ ਯੂਨੀਵਰਸਿਟੀਜ਼ ਦਾ ਵੀ ਅਸੀਂ ਕਿਵੇਂ ਕਿਵੇਂ ਕੰਮ ਪਰਫਾਰਮ ਕਰਨਾ ਹੈ ਜਾਂ ਕਿਤੇ ਕਿਤੇ ਕਲਾਸਿਸ ਹੋਣਗੀਆਂ। ਪਰ ਇੱਕ ਕਲਾਸ ਦੇ ਵਿੱਚ ਅਗਰ 60 ਬੱਚੇ ਨੇ ਉਹ ਵੀ ਕਿਨੇ ਡਿਸਾਈਡ ਕੀਤੇ ਨੇ, ਕਾਲਜ ਨੇ, ਕਿ 60 ਸਟੂਡੈਂਟਸ ਦੀ ਕੀ ਹੋਏਗੀ ਕਲਾਸ ਹੋਏਗੀ। ਆਫਟਰ ਦਿਸ ਕਹਿੰਦੇ ਅਗਰ ਸਾਡੇ ਕਲਾਸ ਦੇ ਵਿੱਚ 4 ਲੜਕੀਆਂ ਦਾ ਇੱਕ ਗਰੁੱਪ ਬਣ ਗਿਆ, 5 ਲੜਕੀਆਂ ਦਾ ਇੱਕ ਗਰੁੱਪ ਬਣ ਗਿਆ, 10 ਫਰੈਂਡਸ ਇੱਕ ਬਣ ਗਿਆ, ਤਾਂ ਉਹ ਜੋ ਅਸੀਂ ਆਪਣੀ ਮਰਜ਼ੀ ਨਾਲ ਗਰੁੱਪ ਬਣਾਉਂਦੇ ਹਾਂ ਉਹਨਾਂ ਨੂੰ ਅਸੀਂ ਕੀ ਕਹਿੰਦੇ ਹਾਂ ਇਨਫਾਰਮਲ ਆਰਗੇਨਾਈਜੇਸ਼ਨ। ਹੁਣ ਮੰਨ ਕੇ ਚਲੋ ਜਦੋਂ ਸਾਨੂੰ ਜੌਬ ਮਿਲਦੀ ਆਰਗੇਨਾਈਜੇਸ਼ਨ ਚ, ਮੈਨੂੰ ਅਗਰ ਪਰਚੇਜ਼ ਡਿਪਾਰਟਮੈਂਟ ਮਿਲਿਆ ਤੇ 25 ਜਣਾਂ ਨੂੰ ਮਤਲਬ ਸਾਨੂੰ 25 ਪਰਸਨਸ ਨੂੰ ਪਰਚੇਜ਼ ਡਿਪਾਰਟਮੈਂਟ ਮਿਲ ਗਿਆ। ਇਹ ਕਿਹਨੇ ਡਿਸਾਈਡ ਕੀਤਾ ਸੀ, ਜੋ 25 ਨੂੰ ਪਰਚੇਜ਼ ਡਿਪਾਰਟਮੈਂਟ ਮਿਲਿਆ ਆਰਗੇਨਾਈਜੇਸ਼ਨ ਨੇ, ਮਤਲਬ ਇਹ ਕੀ ਹੈ ਫਾਰਮਲ। ਪਰ ਇਨਫਾਰਮਲ ਦੇ ਵਿੱਚ 25 ਦੇ ਵਿੱਚੋਂ ਸਾਡੀ ਕਿਹਦੀ ਬੌਂਡ ਬਣ ਰਹੀ ਹੈ, ਅਸੀਂ 4 ਜਣਾਂ ਦਾ ਇੱਕ ਗਰੁੱਪ ਬਣ ਗਿਆ, 7 ਜਣਾਂ ਦਾ ਇੱਕ ਬਣ ਗਿਆ, ਅਸੀਂ ਲੰਚ ਇਕੱਠੇ ਕਰ ਰਹੇ ਹਾਂ, ਇੱਕ ਦੂਜੇ ਦਾ ਕੰਮ ਕਰ ਰਹੇ ਹਾਂ, ਹੈਲਪ ਕਰ ਰਹੇ ਹਾਂ, ਉਹਨੂੰ ਅਸੀਂ ਕਹਿੰਦੇ ਇਨਫਾਰਮਲ ਆਰਗੇਨਾਈਜੇਸ਼ਨ। ਕੁਝ ਵੀ ਨਹੀਂ ਕਹਿੰਦੇ ਫਾਰਮਲ ਆਰਗੇਨਾਈਜੇਸ਼ਨ ਕੇ ਰੈਜਿਡ ਮਤਲਬ ਕਹਿੰਦਾ ਜਿਹੜੀ ਫਿਕਸ ਰਵੇ, ਸਟੇਬਲ ਹੈ। ਇਨਫਾਰਮਲ ਕਹਿੰਦਾ ਕਦੋਂ ਮਰਜ਼ੀ ਚੇਂਜ ਹੋ ਸਕਦਾ, ਇਨਫਲੈਕਸੀਬਲ ਹੈ। ਸਾਨੂੰ ਕੋਈ ਹੋਰ ਪਸੰਦ ਆਉਣ ਲੱਗਾ ਪਰਸਨ, ਸਾਡੇ ਨਾਲ ਹੋਰ ਕੋਈ ਪਰਸਨ ਆ ਕੇ ਲੰਚ ਕਰਨ ਲੱਗ ਗਿਆ, ਅਸੀਂ ਅਸੈਪਟ ਕਰ ਲਾਂਗੇ। ਫਲੈਕਸੀਬਲ ਹੈ, ਪਹਿਲਾਂ ਅਸੀਂ 4 ਸੀ, ਇੱਕ ਪਰਸਨ ਐਡ ਹੋ ਗਿਆ, ਅਸੀਂ ਕਿੰਨੇ ਹੋ ਗਏ 5 ਹੋ ਗਏ। ਸਾਡੀ ਕਿਸੇ ਨਾਲ ਲੜਾਈ ਹੋ ਗਈ, ਅਸੀਂ 5 ਜਣੇ ਡਿਸਟ੍ਰੀਬਿਊਟ ਹੋ ਗਏ, 3 ਜਣੇ ਅਲੱਗ ਰਹਿਣ ਲੱਗੇ, 2 ਜਣੇ ਅਲੱਗ ਰਹਿਣ ਲੱਗੇ। ਤਾਂ ਅਨਸਟੇਬਲ ਹੈ ਤੇ ਫਲੈਕਸੀਬਲ ਹੈ।
ਨੈਕਸਟ ਕੀ ਹੈ ਕਹਿੰਦੇ ਜਿਹੜੇ ਪੋਜੀਸ਼ਨਸ ਹੁੰਦੀਆਂ ਕੌਣ ਡਿਸਾਈਡ ਕਰਦਾ ਮੈਨੇਜਮੈਂਟ ਕਰਦਾ ਪਰ ਅਗਰ ਅਸੀਂ ਇਨਫੋਰਮਲ ਆਰਗੇਨਾਈਜੇਸ਼ਨ ਸਾਡੀ ਕੌਣ ਕਿਵੇਂ ਬਣਦੀ ਹੈ ਪਰਸਨਲ ਕੁਆਲਿਟੀ ਬੇਸਿਸ ਵੀ ਡਿਪੈਂਡ ਕਰਦਾ ਵੀ ਕੌਣ ਕੀ ਨੂੰ ਇੱਕ ਦੂਜੇ ਨੂੰ ਆਰਡਰ ਕਰਦਾ ਕਿਉਂਕਿ ਫਰੈਂਡਸ ਨੋਰਮਲ ਐਗਜ਼ਾਮਪਲ ਹੈ ਕਲਾਸ ਵਿੱਚ ਦੋ ਫਰੈਂਡਸ ਨੇ ਇਹ ਹੁੰਦਾ ਨਾ ਇੱਕ ਫਰੈਂਡ ਦੂਸਰੇ ਫਰੈਂਡ ਨੂੰ ਹਰ ਚੀਜ਼ ਲਈ ਮਨਾ ਲੈਂਦੀ ਵੀ ਨਹੀਂ ਅੱਜ ਪਾਰਟੀ ਕਰਦੇ ਨਹੀਂ ਅੱਜ ਬੰਕ ਕਰਦੇ ਨਹੀਂ ਅੱਜ ਪੜ੍ਹਨਾ ਹੈ ਨਹੀਂ ਅੱਜ ਇਹ ਕਰਨਾ ਹੈ ਤਾਂ ਕੀ ਹੈ ਪਰਸਨਲ ਕੁਆਲਿਟੀਜ਼ ਨੇ ਗਿਆ ਵੀ ਕਿਵੇਂ ਸਾਡੀ ਆਰਗੇਨਾਈਜੇਸ਼ਨ ਬਣਦੀ ਹੈ ਜਾਂ ਜਿੱਥੇ ਸਾਡੀ ਕੀ ਆ ਆਪਸ ਵਿੱਚ ਅੰਡਰਸਟੈਂਡਿੰਗ ਹੋਏਗੀ ਉੱਥੇ ਕੀ ਹੋਏਗੀ ਇਨਫੋਰਮਲ ਫਾਰਮਲ ਆਰਗੇਨਾਈਜੇਸ਼ਨ ਚ ਅੰਡਰਸਟੈਂਡਿੰਗ ਹੋਵੇ ਨਹੀਂ ਹੋਵੇ ਹੁਣ ਦੇਖੋ ਅਗਰ ਟੀਚਰ ਦੀ ਆਪਣੇ ਐਚਓਡੀ ਨਾਲ ਬਣਦੀ ਹੈ ਚਾਹੇ ਨਹੀਂ ਬਣਦੀ ਉਹਨੂੰ ਫਿਰ ਵੀ ਆਰਡਰਸ ਸੁਣਨੇ ਪੈਣੇ ਪਰ ਫਾਰਮਲ ਦੇ ਵਿੱਚ ਦੇਖੋ ਜਦੋਂ ਟੀਚਰਸ ਆਪਸ ਦੇ ਵਿੱਚ ਫਰੈਂਡਸ ਐਜ਼ ਅ ਫਰੈਂਡ ਇੱਕ ਦੂਜੇ ਦੀ ਹੈਲਪ ਕਰ ਰਹੇ ਇੱਕ ਦੂਜੇ ਨੂੰ ਆਰਡਰਸ ਦੇ ਰਹੇ ਨੇ ਉਹ ਕੀ ਹੈ ਇਨਫਾਰਮਲ ਆਰਗੇਨਾਈਜੇਸ਼ਨ ਕਹਿੰਦੇ ਕੀ ਹੈ ਫਾਰਮਲ ਦੇ ਵਿੱਚ ਰੂਲ ਐਂਡ ਰੈਗੂਲੇਸ਼ਨਸ ਹੁੰਦੇ ਨੇ ਪੈਨਲਟੀਜ਼ ਆਫ ਪਨਿਸ਼ਮੈਂਟਸ ਹੁੰਦੀਆਂ ਨੇ ਜਦਕਿ ਇਨਫਾਰਮਲ ਦੇ ਵਿੱਚ ਕੋਈ ਪੈਨਲਟੀਜ਼ ਕੋਈ ਪਨਿਸ਼ਮੈਂਟ ਨਹੀਂ ਹੁੰਦੀ ਹੈ ਕਹਿੰਦੇ ਆਰਗੇਨਾਈਜੇਸ਼ਨ ਦੇ ਵਿੱਚ ਫਾਰਮਲ ਆਰਗੇਨਾਈਜੇਸ਼ਨ ਦੇ ਸਕੈਲਰ ਚੇਨ ਫੋਲੋ ਕਰਨਾ ਸਕੈਲਰ ਚੇਨ ਮਤਲਬ ਸਟੂਡੈਂਟ ਕਿਸ ਨਾਲ ਗੱਲ ਕਰਨਗੇ ਟੀਚਰ ਨਾਲ ਟੀਚਰ ਕਿਹਦੇ ਨਾਲ ਕਰੂਗੀ ਐਚਓਡੀ ਨਾਲ ਐਚਓਡੀ ਕਿਹਦੇ ਨਾਲ ਕਰੇਗੀ ਪ੍ਰਿੰਸੀਪਲ ਨਾਲ ਸਕੈਲਰ ਚੇਨ ਮੀਨਸ ਇੱਕ ਅਸੀਂ ਕਿ ਪ੍ਰੋਸੈਸ ਸੀਕੁਐਂਸ ਫੋਲੋ ਕਰਦੇ ਹਾਂ ਪਰ ਇਨਫੋਰਮਲ ਦੇ ਵਿੱਚ ਕੋਈ ਡਾਇਰੈਕਸ਼ਨਸ ਨਹੀਂ ਹੁੰਦੀਆਂ ਮੰਨ ਕੇ ਚਲੋ ਅਗਰ ਮੇਰੀ ਬੌਂਡ ਸਿੱਧਾ ਹੀ ਡਾਇਰੈਕਟ ਪ੍ਰਿੰਸੀਪਲ ਮਤਲਬ ਕਿਸੇ ਸਟੂਡੈਂਟ ਦੇ ਰਿਲੇਟਿਵਸ ਨੇ ਪ੍ਰਿੰਸੀਪਲ ਤੋਂ ਡਾਇਰੈਕਟ ਆਪਸ ਵਿੱਚ ਗੱਲ ਕਰ ਸਕਦੇ ਕਿ ਨਹੀਂ ਕਰ ਸਕਦੇ ਉਹ ਕੀ ਹੈ ਇਨਫੋਰਮਲ ਆਰਗੇਨਾਈਜੇਸ਼ਨ ਨੈਕਸਟ ਕੀ ਹੈ ਆਰਗੇਨਾਈਜੇਸ਼ਨ ਜਿਹੜੀ ਫਾਰਮੂਲਾ ਉਹ ਵੈਲ ਪਲਾਨਡ ਹੋਏਗੀ ਵੈਲ ਆਰਗੇਨਾਈਜ਼ਡ ਹੋਏਗੀ ਅਕੋਰਡਿੰਗ ਟੂ ਆਰਗੇਨਾਈਜੇਸ਼ਨ ਦੇ ਆਬਜੈਕਟ ਚੱਲੇਗੀ ਪਰ ਇਨਫੋਰਮਲ ਆਰਗੇਨਾਈਜੇਸ਼ਨ ਅਸੀਂ ਕਿਉਂ ਬਣਾਉਂਦੇ ਆ ਸਾਡੀ ਸੋਸ਼ਲ ਨੀਡਸ ਨੂੰ ਫੁਲਫਿਲ ਕਰਨ ਲਈ ਵੀ ਸਾਡਾ ਕਾਮਨ ਇੰਟਰਸਟ ਕੀ ਹੈ ਮੈਨੂੰ ਲੱਗਿਆ ਮੈਨੂੰ ਫਰੈਂਡਸ ਦੀ ਲੋੜ ਹੈ ਮੈਂ ਬਣਾ ਲਈ ਨਹੀਂ ਮੈਨੂੰ ਲੱਗੇਗਾ ਕਿ ਮੈਨੂੰ ਕਿਸੇ ਦੀ ਜ਼ਰੂਰਤ ਹੈ ਮੈਂ ਨਹੀਂ ਫਰੈਂਡਸ ਕ੍ਰੀਏਟ ਕਰੂੰਗੀ ਸਿਰਫ ਉਸ ਬੇਸਿਸ ਸਾਡੀ ਕੀ ਆਰਗੇਨਾਈਜੇਸ਼ਨ ਬਣਦੀ ਹੈ ਨੈਕਸਟ ਇਜ਼ ਕਹਿੰਦੇ ਕੀ ਹੈ ਫਾਰਮੇਸ਼ਨ ਐਂਡ ਓਰੀਜਨ ਕਹਿੰਦੇ ਜੋ ਸਾਡੀ ਫਾਰਮਲ ਹੈ ਉਹ ਕੌਣ ਬਣਾਉਂਦਾ ਹੈ ਮੈਨੇਜਮੈਂਟ ਜਦਕਿ ਜੋ ਇਨਫਾਰਮਲ ਹੈ ਉਹ ਅਸੀਂ ਕਿਵੇਂ ਬਣਾਉਂਦੇ ਸਾਡੀ ਇੰਟਰੈਕਸ਼ਨ ਅਮੰਗ ਦਾ ਅਗਰ ਇੰਪਲੋਈਜ਼ ਦੀ ਕਿਸੇ ਦੀ ਇੰਟਰੈਕਸ਼ਨ ਅੱਛੀ ਹੈ ਵਧੀਆ ਉਹਨਾਂ ਦੇ ਥੋਟਸ ਮੈਚ ਹੋ ਰਹੇ ਨੇ ਉਹ ਇੱਕ ਗਰੁੱਪ ਕ੍ਰੀਏਟ ਕਰ ਲੈਣਗੇ ਅਗਰ ਨਹੀਂ ਮੈਚ ਹੋਣਗੇ ਤਾਂ ਕ੍ਰੀਏਟ ਨਹੀਂ ਕਰਨਗੇ ਸਟਰਕਚਰ ਕਹਿੰਦੇ ਵੈਲ ਡਿਫਾਈਨਡ ਹੁੰਦਾ ਕੌਣ ਪਰਸਨ ਕੀ ਟਾਸਕ ਪਰਫਾਰਮ ਕਰੇ ਕੀ ਰਿਲੇਸ਼ਨਸ਼ਿਪ ਹੋਣਗੇ ਪਰ ਜਿਹੜੀ ਇਨਫਾਰਮਲ ਹੈ ਇਹਦੇ ਵਿੱਚ ਕਹਿੰਦੇ ਕਿ ਕੋਈ ਕਲੀਅਰ ਕੱਟ ਸਟਰਕਚਰ ਨਹੀਂ ਹੁੰਦਾਗਾ ਇੱਥੇ ਕੋਈ ਮਰਜ਼ੀ ਕਿਸੇ ਮਰਜ਼ੀ ਦਾ ਹੈਲਪ ਕਰ ਸਕਦਾ ਕਿਸੇ ਮਰਜ਼ੀ ਦਾ ਕੰਮ ਕਰ ਸਕਦਾ ਕਿਵੇਂ ਮਰਜ਼ੀ ਪਰਫਾਰਮ ਕਰ ਸਕਦਾ ਨੈਕਸਟ ਪੁਆਇੰਟ ਇਜ਼ ਫਲੋ ਆਫ ਅਥਾਰਟੀ ਕਹਿੰਦੇ ਇਹਦੇ ਵਿੱਚ ਜਿਹੜੀ ਫਲੋ ਹੈ ਅਥਾਰਟੀ ਦੀ ਕਿਵੇਂ ਚੱਲਦੀ ਹੈ ਟੌਪ ਟੂ ਬੋਟਮ ਮੀਨਸ ਟੌਪ ਹੀ ਕੀ ਹੈ ਬੋਟਮ ਨੂੰ ਆਰਡਰ ਦੇਗਾ ਪਰ ਇਹਦੇ ਵਿੱਚ ਜਦੋਂ ਅਸੀਂ ਹੋਰੀਜ਼ੋਨਟਲ ਹੈ ਅਸੀਂ ਚਾਹੇ ਕੋਈ ਮਰਜ਼ੀ ਚਾਹੇ ਹੈਡ ਹੈ ਲੋਅਰ ਹੈ ਪਰ ਅਸੀਂ ਸਭ ਨੂੰ ਸੇਮ ਪੈਰਲਰ ਲੈਵਲ ਤੇ ਹੀ ਮੰਨ ਕੇ ਚੱਲਦੇ ਜਿਵੇਂ ਫਰੈਂਡਸ ਹੈ ਸਾਡੇ ਫਰੈਂਡਸ ਵਿੱਚ ਕੋਈ ਹਾਇਰ ਕੋਈ ਲੋਅਰ ਨਹੀਂ ਹੁੰਦਾ ਸਭ ਕੇ ਵਰਟੀਕਲ ਚੱਲਦਾ ਮਤਲਬ ਸੇਮ ਲੈਵਲ ਤੇ ਕਰਦੇ ਨੇ ਪਰਫਾਰਮ ਕਰਦੇ ਮਤਲਬ ਹੋਰੀਜ਼ੋਨਟਲ ਐਜ਼ ਵੈਲ ਐਜ਼ ਵਰਟੀਕਲ ਨੈਕਸਟ ਕੀ ਹੈ ਕਹਿੰਦੇ ਜੋ ਸਾਡੀ ਆਰਗੇਨਾਈਜੇਸ਼ਨ ਫਾਰਮਲ ਹੈ ਉਹ ਇੰਟਰਡਿਪੈਂਡੈਂਟ ਹੈ ਠੀਕ ਹੈ ਜੀ ਪਰ ਜੋ ਇਨਫਾਰਮਲ ਹੈ ਉਹ ਡਿਪੈਂਡ ਕਰਦੇ ਫਾਰਮਲ ਸਟਰਕਚਰ ਤੇ ਕਿਉਂਕਿ ਦੇਖੋ ਜੇ ਮੈਨੂੰ ਪਤਾ ਹੈ ਮੇਰੇ 9 to 5 ਕਿਹੜੇ ਡਿਪਾਰਟਮੈਂਟ ਦੇ ਵਿੱਚ ਕੰਮ ਕਰਨਾ ਹੈ ਪਰਚੇਜ਼ ਡਿਪਾਰਟਮੈਂਟ ਦੇ ਵਿੱਚ ਕੰਮ ਕਰਨਾ ਤਾਂ ਮੈਨੂੰ ਉੱਥੇ ਫਰੈਂਡਸ ਵੀ ਆਪਣੇ ਪਰਚੇਜ਼ ਡਿਪਾਰਟਮੈਂਟ ਦੇ ਵਿੱਚ ਹੀ ਕੀ ਹੈ ਬਣਾਉਣੇ ਪੈਣੇ ਤਾਂ ਦੇਖੋ ਅੱਜ ਲਈ ਇਨਫ ਬਾਕੀ ਕੱਲ ਕਰਦੇ ਹਾਂ आगे बाकी कल करिए हाँ जी ओके हाँ जी ठीक है थैंक यू सो मच गुड नाइट